ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਗੱਲ ਜਿਹੜੀ ਹੈ ਉਹ ਹੁਣ ਅੱਗੇ ਵੱਧ ਚੁੱਕੀ ਹੈ ਕਿ ਇੱਕ ਤਾਂ ਗੱਲ ਜਿਹੜੀ ਵਾਰ-ਵਾਰ ਉੱਠਦੀ ਸੀ ਕਿ ਸਿਸਟਮ ਦੇ ਵਿੱਚ ਬਦਲਾਅ ਚਾਹੀਦਾ, ਸਿਆਸਤਦਾਨ ਜਿਹੜੇ ਨੇ ਉਹਨਾਂ ਤੋਂ ਝਾਕ ਨਾ ਰੱਖੋ। ਜਿਵੇਂ ਆਪਾਂ ਕੱਲ ਚਰਚਾ ਕੀਤੀ ਸੀ ਕਿ ਰਾਜੇਵਾਲ ਸਾਹਿਬ ਤੇ ਜਦੋਂ ਸਵਾਲ ਉੱਠਦੇ ਨੇ ਤਾਂ ਵੀਕੇ ਉਗਰਾਹਾਂ ਦੇ ਆਗੂ ਜਿਹੜੇ ਨੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਉਹਨਾਂ ਦੀਆਂ ਹੁਣ ਨਵੀਆਂ ਜਿਹੜੀਆਂ ਵੀਡੀਓਜ਼ ਉਹ ਨਸ਼ਰ ਹੋ ਰਹੀਆਂ, ਉਹ ਲਗਾਤਾਰ ਇਸ ਗੱਲ ਦੀ ਮਤਲਬ ਕਿ ਪ੍ਰੋੜਤਾ ਕਰਦੇ ਨੇ ਕਿ ਬਦਲਾਅ ਜਿਹੜਾ ਆ ਉਹ ਸਿਸਟਮ ਦੇ ਵਿੱਚ ਪਾਲਿਸੀਆਂ ਲਿਆਉਣੀਆਂ ਪੈਣਗੀਆਂ। ਖੇਤੀ ਨੀਤੀ ਨੂੰ ਲੈ ਕੇ ਜਗੀਰਦਾਰ ਸਿਸਟਮ ਨੂੰ ਮੁਕਾਬਲਾ ਉਹਦਾ ਕਰਨਾ ਪੈਣਾ। ਦੂਜਾ ਇਹ ਕਿ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਜ਼ਮੀਨਾਂ ਦੇ ਹੱਕ ਜਿਹੜੇ ਨੇ ਉਹ ਮਿਲਣੇ ਚਾਹੀਦੇ ਨੇ। ਇਹ ਸਾਰਾ ਕੁਝ ਉਹਦੇ ਵਿੱਚ ਜ਼ਿਕਰ ਕੀਤਾ ਗਿਆ। ਸੁਖਵਿੰਦਰ, ਬਿਲਕੁਲ ਪੇਪਰ ਦੇ ਉੱਤੇ ਇੰਨੀਆਂ ਸੋਹਣੀਆਂ ਗੱਲਾਂ ਲੱਗਦੀਆਂ, ਇੰਝ ਲੱਗਦਾ ਕਿ ਜਿਵੇਂ ਅਸਮਾਨ ਤੋਂ ਸਵਰਗ ਤੋੜ ਕੇ ਅਸੀਂ ਇਸ ਧਰਤੀ ਤੇ ਖੜਾ ਕਰ ਦੇਣਾ। ਇਹ ਗੱਲਾਂ ਮਿਡਲ 19th ਸੈਂਚਰੀ ਦੇ ਵਿੱਚ ਸਾਰੀ ਜਗ੍ਹਾ ਯੂਰਪ ਦੇ ਵਿੱਚ ਬੜੀ ਵੱਡੀ ਪੱਧਰ ਤੇ ਫੈਲੀਆਂ। ਮਾਰਕਸ ਨੇ ਇੱਕ ਲਿਖਿਆ ਕਮਿਊਨਿਸਟ ਮੈਨੀਫੈਸਟੋ, ਜਿਹੜਾ ਕਿ ਉਦੋਂ ਦੀ ਵਰਕਿੰਗ ਕਲਾਸ ਲਈ ਸੀਗਾ, ਔਰ ਉਹਦੇ ਵਿੱਚ ਇਹ ਜਿਹੜੇ ਸਾਰੇ ਸੁਪਨੇ ਸਾਜੇ ਗਏ, ਜਿਹੜੇ ਇਹਨਾਂ ਦੇ ਕੁਝ ਯੂਨੀਅਨਾਂ ਨੇ ਹੁਣ ਸਾਨੂੰ ਦੱਸਿਆ ਵੀ ਅਸੀਂ ਵੀ ਉਹੋ ਜਿਹਾ ਕੁਝ ਚਾਹੁੰਦੇ ਹਾਂ। ਉਹਨਾਂ ਸੁਪਨਿਆਂ ਦੇ ਜਿਹੜੇ ਸਾਕਾਰ ਹੋਣ 'ਚ 60-70 ਸਾਲ ਲੱਗੇ ਤੇ ਰੂਸੀ ਇਨਕਲਾਬ ਆਇਆ। ਰੂਸੀ ਇਨਕਲਾਬ ਤੋਂ ਬਾਅਦ ਜਿਹੜਾ ਆਪਾਂ ਸਾਰਾ ਕੁਝ ਦੇਖਿਆ ਕਿ ਕੀ ਕੁਝ ਉੱਥੇ ਹੋਇਆ ਤੇ ਕੀ ਕੁਝ ਹੋਣਾ ਚਾਹੀਦਾ ਸੀ, ਕਿਵੇਂ ਉਹ ਚੜ੍ਹਿਆ ਤੇ ਕਿਵੇਂ ਉਹ ਡੁੱਬਿਆ ਸਾਰੀ ਸਲਤਨਤ। ਮੈਂ ਕੋਈ ਨਾ ਬਦਨਾਮੀ ਕਰ ਰਿਹਾ, ਨਾ ਮੈਂ ਕੋਈ ਉਹਨਾਂ ਦੇ ਵਿਰੋਧ ਵਿੱਚ ਖੜਾ, ਤੇ ਨਾ ਮੈਂ ਕੋਈ ਹੱਕ ਦੀ ਗੱਲ ਕਰ ਰਿਹਾ। ਯਾਨੀ ਇੱਕ ਸਿਸਟਮ ਬਦਲਿਆ, ਉਹ ਬਦਲਣ ਦੀ ਗੱਲ ਕਰ ਰਹੇ ਸੀ। ਕਮਿਊਨਿਜ਼ਮ, ਸੋਸ਼ਲਿਜ਼ਮ ਆ ਗਿਆ। ਇਹ ਜਿਹੜੇ ਜਿੰਨੀਆਂ ਗੱਲਾਂ ਕਿ ਐਂਟੀ ਕਾਰਪੋਰੇਟ ਹੋਣਾ ਜੀ, ਫਿਊਡਲਿਜ਼ਮ ਖਤਮ ਕਰਨਾ, ਉਹਨਾਂ ਨੇ ਜ਼ਾਰ ਨੂੰ ਖਤਮ ਕੀਤਾ। ਜ਼ਮੀਨੀ ਜਿਹੜੀ ਆ ਲੈਂਡ ਡਿਸਟ੍ਰੀਬਿਊਸ਼ਨ ਹੋਣੀ ਚਾਹੀਦੀ ਆ, ਬੜੇ ਬੜੇ ਕੋਆਪਰੇਟਿਵਸ ਬਣਾਤੇ ਉਹਨਾਂ ਨੇ, ਬਹੁਤ ਵੱਡੇ ਕੋਆਪਰੇਟਿਵਸ ਬਣਾਏ, ਤੇ ਜਿਹੜੀ ਪ੍ਰਾਈਵੇਟ ਪ੍ਰੋਪਰਟੀ ਇਨ ਲੈਂਡ ਸਾਰੀ ਦੀ ਸਾਰੀ ਖਤਮ ਕਰਤੀ। ਰੂਸ 'ਚ ਪ੍ਰਾਈਵੇਟ ਇੰਡਸਟਰੀ ਖਤਮ ਕਰਤੀ, ਸਰਕਾਰ ਨੇ ਟੇਕ ਓਵਰ ਕਰ ਲਿਆ। ਇਹ ਸਾਰਾ ਸਿਸਟਮ ਉੱਥੇ ਲੰਬੀ ਦੇਰ ਤੱਕ ਰਿਹਾ। ਇਹਦੇ ਚੋਂ ਮੇਰਾ ਇੰਨਾ ਹੀ ਕਹਿਣਾ ਆ ਕਿ ਜਦੋਂ ਇਹ ਸਾਰਾ ਤਜਰਬਾ 60-70 ਸਾਲ ਰਿਹਾ, 1917 ਤੋਂ ਲੈ ਕੇ 1991 ਤੱਕ, ਤੇ ਜਦੋਂ ਡਿੱਗਣ ਲੱਗਾ ਤੇ ਇੱਕ ਬਿਨਾਂ ਫਾਇਰ ਕੀਤਿਆਂ ਹੀ ਜਿਹਨੂੰ ਕਹਿੰਦੇ ਇਟ ਫੈਲ ਲਾਈਕ ਹਾਊਸ ਆਫ ਕਾਰਡਸ, ਜਿਹੜਾ ਅੰਗਰੇਜ਼ੀ ਦੀ ਇੱਕ ਪ੍ਰਵਰਬ ਆ, ਕਿ ਐਉਂ ਡਿੱਗਾ ਜਿਵੇਂ ਕਿਤੇ ਤੁਸੀਂ ਇੰਝ ਕਹਿ ਲਓ ਕਿ ਉਹ ਮਾਈ ਬੁੱਢੀ ਦਾ ਝਾਟਾ ਜਿਹਾ ਉੱਡਦਾ ਫਿਰਦਾ ਹੁੰਦਾ ਨਾ, ਜਿਹੜਾ ਇੱਥੇ ਰੂ ਜਿਹਾ, ਇੰਝ ਉਹਨੂੰ ਅਸੀਂ ਛੋਟੇ ਹੁੰਦੇ ਕਹਿੰਦੇ ਸੀ। ਉਹ ਅੱਕ ਦੇ ਫੰਬੇ ਜਿਹੇ ਹੁੰਦੇ, ਅੱਖ ਦੇ ਵਿੱਚੋਂ ਉੱਡਦੇ ਆ। ਆਪਾਂ ਫੜਨ ਦੀ ਕੋਸ਼ਿਸ਼ ਕਰਨਾ, ਕਦੀ ਫੂਕ ਮਾਰਨੀ, ਕਿਸੇ ਨੇ ਕਹਿਣਾ ਮਾਈ ਬੁੱਢੀ ਦਾ ਝਾਟਾ ਆਇਆ, ਇਹਨੂੰ ਫੜੋ ਵੀ, ਫੜ ਕੇ ਦਿਖਾਓ। ਉਂਝ ਉੱਡ ਗਿਆ, ਉਹ ਸਾਰਾ ਸਿਸਟਮ ਉੱਡ ਗਿਆ। ਜਿਹੜਾ ਕਿ ਕੋਲਡ ਵਾਰ ਦਾ ਪੀਰੀਅਡ ਖਤਮ ਹੋ ਗਿਆ, ਜਿਹੜਾ ਅੱਖਾਂ ਦਿਖਾਉਂਦੇ ਸੀ ਐਡੀ ਵੱਡੀ ਅਮਰੀਕਨ ਪਾਵਰ ਨੂੰ, ਪਤਾ ਹੀ ਨਹੀਂ ਲੱਗਾ। ਹੁਣ ਸਾਰੇ ਪੰਗੇ ਜਿਹੜੇ ਅੱਜ ਦੇ ਆ, ਤਾਜ਼ਿਕਸਤਾਨ, ਤੁਰਕਮੇਨਿਸਤਾਨ ਤੇ ਯੂਕਰੇਨ, ਤੇ ਸਾਰੇ ਰੋਜ਼ ਦੇ ਜਿਹੜੇ ਪੰਗੇ ਪੈਂਦੇ ਅਲੱਗ-ਅਲੱਗ ਹੋ ਗਏ, ਜਿਵੇਂ ਜਿਵੇਂ ਪਹਿਲਾਂ ਸੀ ਕਿ ਸਾਰੀਆਂ ਸਟੇਟਾਂ ਅਲੱਗ ਹੋ ਗਈਆਂ। ਹੋਰ ਵੀ ਸਾਰਾ ਜਾਣੀ ਜਿੰਨਾ ਉਹ ਸਾਰਾ ਭੋਗ ਪੈ ਗਿਆ। ਹੁਣ ਇਹ ਜਿਹੜਾ ਸਾਰਾ ਏਜੰਡਾ ਮੈਨੂੰ ਲੱਗਦਾ ਵੀ ਅੱਛਾ, ਫਿਰ ਇਹ ਚੀਨ ਦੇ ਵਿੱਚ ਅਜੇ ਵੀ ਉੱਥੋਂ ਦੀ ਕਮਿਊਨਿਸਟ ਪਾਰਟੀ ਹੈਗੀ ਆ, ਪਰ ਉੱਥੇ ਕੋਈ ਕਮਿਊਨਿਜ਼ਮ ਜਾਂ ਸੋਸ਼ਲਿਜ਼ਮ ਵਾਲੀ ਗੱਲ ਉਹ ਤੇ ਹੈ ਨਹੀਂ ਗੀ। ਪ੍ਰਾਈਵੇਟ ਪ੍ਰੋਪਰਟੀ ਹੈਗੀ ਆ, ਹਰ ਕੁਝ ਕੰਮ ਉਸੇ ਤਰ੍ਹਾਂ ਚੱਲ ਰਿਹਾ ਜਿਵੇਂ ਬਾਕੀ ਦਾ ਚੱਲਦਾ। ਕੋਈ ਉੱਥੇ ਇਸ ਕਿਸਮ ਦੀ ਸੈਂਕਟਿਟੀ ਜੋ ਰਸ਼ੀਆ ਵਾਲੀ ਸੀ, ਉਸ ਕਿਸਮ ਦੀ ਨਹੀਂ ਹੈਗੀ। ਫਿਰ ਆਪਾਂ ਚਾਹੁੰਦੇ ਕੀ ਆ? ਜੇ ਤੇ ਆਪਾਂ ਇਨਕਲਾਬ ਕਰਨਾ ਚਾਹੁੰਦੇ ਤੇ ਆਪਾਂ ਸਿੱਧੀ ਤੌਰ ਤੇ ਕਹੀਏ ਵੀ ਸਾਡਾ ਇੱਥੇ ਕੋਈ ਹੋਰ ਮਤਲਬ ਨਹੀਂ, ਅਸੀਂ ਚਾਹੁੰਦੇ ਹਾਂ ਇਨਕਲਾਬ, ਤੇ ਬਾਕੀ ਉਂਝ ਆਪਾਂ ਮੂਵਮੈਂਟਾਂ ਦੇ ਨਾਲ ਆ ਉਹ ਲੜੀ ਜਾਵਾਂਗੇ। ਫਿਰ ਉਹਨਾਂ ਨਾਲੋਂ ਜਿਹੜੇ ਇਹ ਮੇਰੇ ਵੀਰ ਇਨਕਲਾਬੀ ਕਹਿ ਲਓ, ਜਾਂ ਜੋ ਇਹਨਾਂ ਦਾ ਏਜੰਡਾ ਲੱਗਦਾ, ਜਿਸ ਤਰ੍ਹਾਂ
ਸਾਰੀ ਗੱਲ ਇੰਟਰਸਟ ਫ੍ਰੀ ਲੋਨ ਹੋਊਗਾ, ਫਿਰ ਹੋਰ ਸਾਰਾ ਆਪਾਂ ਜ਼ਮੀਨਾਂ ਦਾ ਵੰਡ ਕਰਾਂਗੇ, ਲੈਂਡ ਸੀਲਿੰਗ ਜਿਹਨੂੰ ਲੈਂਡ ਰਿਫਾਰਮ ਕਹਿੰਦੇ ਉਹ ਹੋਣਗੇ, ਫ੍ਰੀ ਐਜੂਕੇਸ਼ਨ ਹੋਊਗੀ, ਫਿਰ ਹਸਪਤਾਲ ਸਸਤਾ, ਹੋਰ ਸਰਵਿਸਿਜ਼ ਸਸਤੀਆਂ ਹੋਣਗੀਆਂ, ਟਰਾਂਸਪੋਰਟ ਵੀ ਸਸਤੀ ਹੋ। ਮਤਲਬ ਇਹ ਇੱਕ ਸੋਸ਼ਲਿਜ਼ਮ ਦੇ ਨਕਸ਼ੇ 'ਚ ਐਂਟੀ ਕਾਰਪੋਰੇਟ ਹੋਊਗਾ। ਐਂਟੀ ਕਾਰਪੋਰੇਟ ਦਾ ਮਤਲਬ ਕਾਰਪੋਰੇਟ ਹੋਣਗੇ ਹੀ ਨਹੀਂ, ਤੇ ਇਸ ਕਿਸਮ ਦਾ ਓਵਰਆਲ ਇੱਕ ਨਕਸ਼ਾ ਹੈਗਾ। ਲਿਬਰਲ ਨਿਓ ਲਿਬਰਲ ਪਾਲਿਸੀਆਂ ਨਹੀਂ ਹੋਣਗੀਆਂ। ਫਿਰ ਆਪਾਂ ਇੱਕ ਅਲੱਗ ਦੁਨੀਆ ਵਸਾਉਣੀ ਚਾਹੁੰਦੇ ਆ, ਉਹ ਇਸ ਨੂੰ ਕਹਿੰਦੇ ਅਸੀਂ ਸਿਸਟਮ ਨੂੰ ਬਦਲਣ ਦਾ ਤੁਸੀਂ ਸਿੱਧਾ ਕਹੋ ਅਸੀਂ ਇਨਕਲਾਬ ਦੇਸ਼ ਦੇ ਵਿੱਚ ਕਰਨਾ ਚਾਹੁੰਦੇ ਆ, ਤੇ ਐਬਸੋਲੂਟਲੀ ਅਸੀਂ ਸਾਰੇ ਦਾ ਸਾਰੇ ਹੁਣ ਸਿਸਟਮ ਨੂੰ ਟੌਪਸੀ ਟਰਵੀ ਕਰਕੇ ਜ਼ਮੀਨ ਦੇ ਵਿੱਚ ਇਹਨੂੰ ਮਿਲਾ ਕੇ ਇੱਕ ਨਵਾਂ ਸਿਸਟਮ ਦੁਬਾਰਾ ਰੀਬਿਲਡ ਕਰਨਾ ਚਾਹੁੰਦੇ ਆ। ਉਹਦਾ ਸਾਡੇ ਆਹ ਸਟੈਪਸ ਤੇ ਆਹ ਨਕਸ਼ਾ ਸਾਨੂੰ ਦੱਸ ਦਿਓ, ਸਾਡਾ ਵੀ ਜੀ ਕਰਦਾ, ਅਸੀਂ ਵੀ ਨਾਲ ਛਾਲ ਮਾਰ ਕੇ ਸ਼ਾਮਲ ਹੋ ਜਾਂਦੇ। ਕਿਹੜਾ ਨਹੀਂ ਚਾਹੁੰਦਾ ਵੀ ਮੁਫਤ ਦੀ ਐਜੂਕੇਸ਼ਨ ਹੋਵੇ, ਚੰਗੀ ਐਜੂਕੇਸ਼ਨ, ਕਿਹੜਾ ਨਹੀਂ ਚਾਹੁੰਦਾ ਕਿ ਮੁਫਤ ਦਾ, ਕਿਹੜਾ ਨਹੀਂ ਚਾਹੁੰਦਾ ਕਿ ਗਰੀਬਾਂ ਨੂੰ ਜ਼ਮੀਨ ਮਿਲਣੀ ਚਾਹੇ, ਕਿਹੜਾ ਨਹੀਂ ਚਾਹੁੰਦਾ ਕਿ ਗਰੀਬਾਂ ਨੂੰ ਫੁੱਲ ਇੰਪਲਾਇਮੈਂਟ ਮਿਲੇ, ਹਰ ਕੋਈ ਚਾਹੁੰਦਾ। ਕਿਹੜਾ ਚਾਹੁੰਦਾ ਕਾਰਪੋਰੇਟਾਂ ਦੀਆਂ ਅਸੀਂ ਚਾਕਰੀਆਂ ਕਰੀਏ। ਆਪਾਂ ਕਾਰਪੋਰੇਟ ਦੇ ਵਿਰੁੱਧ ਤੇ ਸਾਰਿਆਂ ਨੇ ਲਾਇਆ ਹੀ ਸੀ ਉੱਥੇ ਧਰਨਾ, ਕਾਰਪੋਰੇਟਾਂ ਨੂੰ ਕਮਜ਼ੋਰ ਥੋੜੀ ਕਰਤਾ ਸੀ, ਉਹਨਾਂ ਦੇ ਹਮਲੇ ਨੂੰ ਇੱਕ ਵਾਰੀ ਚੈੱਕ ਕਰਤਾ, ਉਹ ਦੁਬਾਰਾ ਤਿਆਰੀ ਨਾ ਕਰਨਗੇ। ਕਰਨਾ ਕੀ ਚਾਹੁੰਦੇ ਆਪਾਂ ਇਹ ਕਰੀਏ। ਦੂਜੀ ਗੱਲ, ਇਹਨਾਂ ਮੇਰੇ ਵੀਰਾਂ ਨਾਲੋਂ ਪਹਿਲਾਂ ਦੋ ਹੋਰ, ਖਾਸ ਕਰ ਇੱਕ ਵੱਡੀ ਪਾਰਟੀ ਤੇ ਉਹਦੇ ਚੋਂ ਨਿਕਲੀ ਇੱਕ ਹੋਰ ਵੱਡੀ ਪਾਰਟੀ, ਉਹਨਾਂ ਨੇ ਵੀ ਇਹੋ ਹੀ ਗੱਲਾਂ ਕਹੀਆਂ ਇੰਡੀਆ ਦੇ ਵਿੱਚ। ਉਹ ਹੈਗੀ ਹੈ CPI, ਕਮਿਊਨਿਸਟ ਪਾਰਟੀ ਆਫ ਇੰਡੀਆ, ਜਿਹੜੀ ਕਿ 100 ਸਾਲ ਤੋਂ ਉੱਪਰ ਪੁਰਾਣੀ ਹੋ ਚੁੱਕੀ ਹੈ। ਉਹਨਾਂ ਨੇ ਇਹ ਸਾਰੇ ਆਪਣੀਆਂ ਗੱਲਾਂ ਪ੍ਰੋਗਰਾਮ 'ਚ ਲਿਖੀਆਂ। ਕਿਸੇ ਵੇਲੇ ਉਹਨਾਂ ਦੀ ਤਾਕ ਵੀ ਸੀ, ਵੱਡੀਆਂ ਮੂਵਮੈਂਟਾਂ ਲੜੀਆਂ, ਜਿਵੇਂ ਤੇਲੰਗਾਨਾ ਦੀ ਕਿੱਡੀ ਵੱਡੀ ਲੜਾਈ ਸੀਗੀ, ਤੇਲੰਗਾਨਾ ਸਟਰਗਲ, ਉਹਦੇ 'ਚ 500 ਪਿੰਡ ਆਜ਼ਾਦ ਕਰਾ ਲਏ ਸੀ ਨਵਾਂ ਸਿਸਟਮ ਬਣਾਉਣ ਲਈ, ਜਿਹੜਾ ਇਹ ਲਿਖਿਆ ਗਿਆ। ਲਾਲ ਝੰਡੇ ਝੁਲਦੇ ਸੀ ਦਾਤੀ ਥੋੜੇ ਵਾਲੇ, ਮੁੜ ਕੇ ਤੇ ਦਿਖੇ ਨਹੀਂ ਉਹ ਲੈਫਟ ਪਾਰਟੀਆਂ ਜਿਨ੍ਹਾਂ ਨੇ 32-33 ਸਾਲ। ਅੱਛਾ, ਇਹਦੇ 'ਚ CPI ਚੋਂ 1964 'ਚ CPM ਨਿਕਲ ਆਈ। ਜਦੋਂ ਚੀਨ ਨਾਲ ਲੜਾਈ ਹੋਈ, ਉਹਦਾ ਫਾਲ ਆਊਟ ਇਹ ਹੋਇਆ ਕਿ ਇੱਕ ਨਵੀਂ ਪਾਰਟੀ ਨਿਕਲ ਆਈ। CPI ਥੋੜੀ ਕਮਜ਼ੋਰ ਹੋ ਗਈ ਤੇ CPM ਨੇ 32-33 ਲਗਾਤਾਰ ਸੋਸ਼ਲਿਜ਼ਮ ਲਿਆਂਦਾ ਵੈਸਟ ਬੰਗਾਲ ਦੇ ਵਿੱਚ ਰਾਜ ਕਰਕੇ। ਠੀਕ ਹੈ, ਉਹ ਸੋਸ਼ਲਿਜ਼ਮ ਇਹੋ ਜਿਹਾ ਲਿਆਂਦਾ ਕੋਟ ਐਂਡ ਕੋਟ ਕਿ ਇਸ ਵਾਰੀ ਇੱਕ ਵੀ ਸੀਟ ਨਹੀਂ ਆਈ, ਤੇ ਕਾਂਗਰਸ ਨਾਲ ਰਲ ਕੇ ਲੜੇ ਤੇ ਕੁਝ ਵੀ ਬਚਿਆ ਹੀ ਨਹੀਂ, ਨਾ ਕਾਂਗਰਸ ਦੀ ਆਈ ਨਾ ਉਹਨਾਂ ਦੀ ਆਈ। 32-33 ਸਾਲ ਲਗਾਤਾਰ ਰਾਜ ਕਰਨ ਤੋਂ ਬਾਅਦ ਮੈਂ ਇਹ ਗੱਲ ਕਹੀ, ਸਾਡਾ ਕਰੈਕਟਰ ਕਿੱਥੇ ਗਿਆ? ਉਹ ਕਿਹੜੇ ਬੰਦੇ ਹੋਣਗੇ ਜਿਹੜੇ ਕਦੇ ਵੀ ਵਿਕਣਗੇ ਨਹੀਂ? ਉਹ ਕਿਹੜੇ ਬੰਦੇ ਦੇਵਤੇ ਰੂਪੀ ਹੋਣਗੇ ਜਿਹੜੇ ਇੱਥੇ ਇੱਕ ਨਵਾਂ ਸਾਡੇ ਸਵਰਗ ਧਰਤੀ ਤੇ ਉਤਾਰਨਗੇ? ਇਹ ਵੇਟਿੰਗ ਫਾਰ ਗੋਦੋ ਉਹ ਜੀ ਸਾਡੀ ਗੱਲ ਹੈਗੀ ਹੈ ਵੀ ਆਪਾਂ ਧਰਾਤਲ ਤੇ ਕਿਹੋ ਜਿਹੇ ਸਟੈਪਸ ਲਈਏ, ਭਾਵੇਂ ਉਹ ਬੇਬੀ ਸਟੈਪਸ ਹੀ ਹੋਣ, ਕਿ ਅਸੀਂ ਉਸ ਮੰਜ਼ਿਲ ਤੇ ਪਹੁੰਚੀਏ ਜਿਹੜੀ ਮੰਜ਼ਿਲ ਦਾ ਨਕਸ਼ਾ ਅੱਜ ਖਿੱਚ ਕੇ ਸਾਡੇ ਹੱਥ ਪੁਆਇੰਟਾਂ ਦਾ ਫੜਾਤਾ ਕਿ ਅਸੀਂ ਆਹ ਕਰਨਾ ਚਾਹੁੰਦੇ ਹਾਂ। ਇਸ ਲਈ ਛੋਟੇ ਛੋਟੇ ਕੰਮਾਂ ਦੇ ਵਿੱਚ ਕਦੀ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਲੜੋ, ਕਦੀ ਪਿੰਡ ਦੀਆਂ ਪੰਚਾਇਤਾਂ ਦੀਆਂ ਚੋਣਾਂ ਲੜੋ। ਇਹ ਕੀ ਕੰਮ ਹੈ? ਵਿਹਲੜੇ ਲੋਕਾਂ ਦਾ ਕੰਮ ਹੈਗਾ। ਔਰ ਫਿਰ ਅਸੈਂਬਲੀ 'ਚ, ਪਾਰਲੀਮੈਂਟ 'ਚ ਜਾਓ, ਇਹ ਕੀ ਕੰਮ ਹੈਗੇ ਆ? ਉਹਨਾਂ ਦਾ ਸਾਨੂੰ ਇਹ ਸਿੱਖਿਆ ਦੇਣੀ ਆ ਕਿ ਤੁਸੀਂ ਵੱਡੇ ਕੰਮ ਕਰੋ, ਮੈਗਾ ਕੰਮ ਕਰੋ, ਔਰ ਜਿੱਥੇ ਏਡਾ ਵੱਡਾ ਕੰਮ ਕਰੋ, ਏਡਾ ਵੱਡਾ ਧਮਾਕਾ ਕਰੋ ਕਿ ਅਮਰੀਕਾ ਦੇ ਵੀ ਕੰਨ ਖੁੱਲ ਜਾਣ ਜਾਂ ਫਾਟੀ ਜਾਣ ਸਾਡੇ ਧਮਾਕੇ ਨਾਲ, ਏਡਾ ਵੱਡਾ ਧਮਾਕਾ ਹੋਵੇ। ਤੇ ਹੈ ਨਾ, ਉਸ ਕਿਸਮ ਦਾ ਜਿਹੜੀ ਸਾਨੂੰ ਸਿੱਖਿਆ ਦਿੱਤੀ ਹੈ, ਇਹ ਚੁੱਪ ਚਪੀਤੇ ਤੇ ਹੋਣਾ ਨਹੀਂ, ਬੁੱਕਲ 'ਚ ਤੇ ਲੱਡੂ ਭੱਜਣਾ ਨਹੀਂ। ਸ਼ਰੇਆਮ ਢੋਲ ਵਜਾ ਕੇ ਕਹੋ ਨਾ ਕਿ ਇੰਜ ਕਰਾਂਗੇ ਚੌਂਕਾਂ 'ਚ, ਜਿਵੇਂ ਅਸੀਂ ਕਹਿੰਦੇ ਆ, ਲੋਕਾਂ ਨੇ ਕਰਨਾ, ਕਿਸੇ ਨੇ ਕੋਈ ਛੂ ਮੰਤਰ ਤੇ ਕਰਨਾ ਨਹੀਂ, ਮਦਾਰੀ ਦਾ ਖੇਲ ਤੇ ਹੈ ਨਹੀਂ। ਸਮਾਜ ਬਦਲਣਾ ਤੇ ਸਮਾਜ ਨਾਲ ਹੋਣਾ ਚਾਹੀਦਾ ਨਾ ਸਾਡੇ, ਉਸ ਗੱਲ ਲਈ ਸਮਾਜ ਨਾਲ ਹੀ ਨਹੀਂ, ਸਮਾਜ ਸਾਡੇ ਤੋਂ ਅੱਗੇ ਹੋਣਾ ਚਾਹੀਦਾ। ਅਸੀਂ ਕਹੀਏ ਓਏ ਮਾਰੋ, ਹਮਲਾ ਕਰੋ, ਜੇ ਉਹ ਸਾਰਾ ਕੁਝ, ਤਕੜੇ ਹੋ ਜਾਓ, ਉਹ ਜੇ ਆਪਾਂ ਉਸ ਤਰੀਕੇ ਨਾਲ ਕਰਨਾ ਤੇ ਉਹਦੇ ਸਟੈਪਸ ਆ ਵੀ ਪਹਿਲਾ ਸਟੈਪ ਆ, ਦੂਜਾ ਆ, ਤੀਜਾ ਆ, ਚੌਥਾ ਆ, ਉਹ ਮੈਨੂੰ ਪ੍ਰੈਕਟੀਕਲੀ ਕਿਤੇ ਦਿਖ ਨਹੀਂ ਰਿਹਾ। ਪ੍ਰੈਕਟੀਕਲੀ ਅਸੀਂ ਉਹੋ ਹੀ ਕੁਝ ਕਰ ਰਹੇ ਹਾਂ ਜੋ ਬਾਕੀ ਦੇ ਕਰ ਰਹੇ, ਜੋ ਬਾਕੀ 32 ਯੂਨੀਅਨ ਆ ਜਿਨ੍ਹਾਂ ਨੇ ਨਹੀਂ ਵੀ ਚੋਣਾਂ 'ਚ ਹਿੱਸਾ ਲਿਆ, ਪ੍ਰੈਕਟੀਕਲੀ ਉਹਨਾਂ ਦੀ ਪ੍ਰੈਕਟਿਸ ਕਿਵੇਂ ਅਲੱਗ ਹੈਗੀ ਹੈ।
ਤਨਜ਼ੀਮ ਅਲੱਗ ਹੋ ਸਕਦੀ ਆ, ਬੈਟਰ ਹੋ ਸਕਦੇ ਆ, ਵੈਲ ਆਰਗੇਨਾਈਜ਼ਡ ਹੋ ਸਕਦੇ ਆ, ਜ਼ਿਆਦਾ ਸਿਸਟਮਟਾਈਜ਼ ਹੋ ਸਕਦੇ ਆ। ਇਹ ਗੱਲ ਮੈਂ ਮੰਨਦਾ, ਚੰਗੀ ਹੈਗੀ ਆ। ਕੁਛ ਯੂਨੀਅਨਾਂ ਦੀ ਬਹੁਤ ਵਧੀਆ ਤਨਜ਼ੀਮ ਹੈਗੀ ਆ, ਜਥੇਬੰਦਕ ਢਾਂਚਾ ਬੜਾ ਜ਼ਬਰਦਸਤ ਹੈਗਾ। ਪਰ ਆਪਾਂ ਉਹੀ ਮੰਗਾਂ, ਉਹੀ ਗੱਲਾਂ ਕਿ ਸਾਨੂੰ ਫਸਲਾਂ ਦਾ ਵੱਧ ਦਿਓ, ਕੀਮਤ ਦਿਓ, ਫਿਰ ਸਾਡੀਆਂ ਇਨਪੁਟ ਸਸਤੇ ਹੋਣ, ਫਿਰ ਆ ਹੋਵੇ। ਜੋ ਟ੍ਰੇਡ ਯੂਨੀਅਨਿਜ਼ਮ ਹੁੰਦਾ ਉਹ ਟ੍ਰੇਡ ਯੂਨੀਅਨਾਂ ਵੀ ਕਰ ਰਹੇ। ਫਿਰ ਵਰਕਰ ਕਿੱਥੇ ਆ ਸਾਡੇ? ਇੰਨਾ ਵੱਡਾ ਸਮਾਜ ਹੈਗਾ। ਜੇ ਅਸੀਂ ਛੋਟੀਆਂ ਗੇਮਾਂ 'ਚ, ਸੁਖਵਿੰਦਰ ਬੜੀ ਸਾਫ਼ ਗੱਲ ਆ, ਜੇ ਅਸੀਂ ਪਹਿਲੀ 'ਚ ਨਹੀਂ ਹੈਗੇ ਪਾਸ ਤੇ ਪੰਜਵੀਂ 'ਚ ਨਹੀਂ ਪਾਸ ਹੈਗੇ, ਤੇ ਫਿਰ PhD ਤੇ ਨਹੀਂ ਹੁੰਦੀ। ਜਿਹੜਾ ਵੱਡਾ ਕੰਮ ਕਰਨਾ ਸੀ, ਜੇ ਆਪਾਂ ਬੇਬੀ ਸਟੈਪ ਜਾਂ ਛੋਟੀਆਂ ਕੰਮਾਂ 'ਚ ਦਰਕਨਾਰ ਹੁੰਦੇ ਆ। ਇਹ ਵੀ ਮੈਂ ਦੱਸ ਦਿਆਂ ਕਿ ਰੂਸ ਦੇ ਵਿੱਚ ਵੀ ਕਰੈਂਸਕੀ ਵੱਲੋਂ ਪਹਿਲਾਂ ਡੈਮੋਕ੍ਰੈਟਿਕ ਰੈਵੋਲੂਸ਼ਨ ਹੋਇਆ, ਉਦੋਂ ਬਾਅਦ ਸੋਸ਼ਲਿਸਟ ਰੈਵੋਲੂਸ਼ਨ ਹੋਇਆ 5-6 ਮਹੀਨਿਆਂ ਬਾਅਦ। ਪਹਿਲਾਂ ਕਰੈਂਸਕੀ ਦੀ ਸਰਕਾਰ ਲੈਨਨ ਉਹਨਾਂ ਨੇ ਬਣਾਈ ਸੀ। ਫਿਰ ਉਹਨਾਂ ਨੇ ਕਿਹਾ ਕਿ ਇੱਕ ਹੱਲਾ ਹੋਰ ਬੋਰ ਦਿਓ, ਖੋਲੋ ਸਟੇਟ ਦੀ ਪਾਵਰ। ਉੱਥੇ ਵੀ ਪਹਿਲਾਂ ਜਿਹੜੀ ਐਗਜ਼ਿਸਟਿੰਗ ਸਟੇਟ ਪਾਵਰ ਡੂਮਾ ਸੀ, ਉਹਦੇ ਵਿੱਚ ਜਿੱਤ ਕੇ ਫਿਰ ਕਬਜ਼ਾ ਹੋਇਆ। ਫਿਰ ਉਹਨਾਂ ਨੇ ਹੱਲਾ ਬੋਲ ਤੇ ਆਲ ਪਾਵਰਸ ਟੂ ਦੀ ਸੋਵੀਅਤਸ ਉਹਨਾਂ ਦੀਆਂ ਸੀਗੀਆਂ। ਉਹਨਾਂ ਨੇ, ਲੈਨਨ ਨੇ ਨਾਅਰਾ ਦਿੱਤਾ ਤੇ ਇਨਕਲਾਬ, ਅਕਤੂਬਰ ਰੈਵੋਲੂਸ਼ਨ 1917 ਵਾਲਾ ਹੋਇਆ। ਉਹਦਾ ਕੀ ਹੋਇਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਅਸੀਂ ਛੋਟੀਆਂ ਲੜਾਈਆਂ ਚੋਂ ਭੱਜਣਾ ਕਿਉਂ ਚਾਹੁੰਦੇ ਹਾਂ? ਕਿਉਂਕਿ ਅਸੀਂ ਵੱਡੀਆਂ ਲੜਾਈਆਂ ਲੜਨੀਆਂ। ਨਾ ਨੌਮਣ ਤੇਲ ਹੋਵੇ, ਨਾ ਰਾਧਾ ਨੱਚੇ, ਛੋਟੀਆਂ ਛੱਡੀ ਚਲੋ, ਵੱਡੀਆਂ ਲੜੀਆਂ ਨਾ ਜਾਣ। ਇਹ ਕੀ ਇੰਟਰਪ੍ਰੀਟੇਸ਼ਨ ਹੈਗੀ ਹੈ ਸਾਡੀ, ਕੀ ਸੋਚ ਹੈ? ਇਸ ਲਈ ਮੇਰੀ ਤੇ ਬੇਨਤੀ ਇਹਨਾਂ ਸਾਰੇ ਵੀਰਾਂ ਨੂੰ ਆ ਕਿ ਤੁਹਾਡੇ ਆਈਡੀਆਜ਼ ਸਾਨੂੰ ਬਹੁਤ ਪਸੰਦ ਆ, ਪਰ ਉਹ ਆਈਡੀਆਜ਼ ਹੀ ਰਹਿਣਗੇ ਜਾਂ ਟਾਈਮ ਪਾਸ ਕਰਨ ਲਈ ਮਨ ਵਿੱਚ ਲੱਡੂ ਭੋਰਨੇ ਆ ਉਹਨਾਂ ਦੇ ਵੀ ਆਹ ਆਈਡੀਆ। ਹਾਂ ਬਈ, ਅਸੀਂ ਜਦੋਂ ਬੱਚੇ ਸੀ ਅਸੀਂ ਵੀ ਇਹਨਾਂ ਆਈਡੀਆ ਦੇ ਪੱਟੇ ਗਏ ਬਥੇਰੇ। ਲੈ ਭਈ ਆ ਤੇ ਕੰਮ ਹੀ ਬਹੁਤ ਆ, ਸਾਰਾ ਹਰਾ ਹੀ ਹਰਾ ਹੋਊਗਾ। ਤੇ ਆ ਸਾਡੇ ਤੇ ਇਹ ਸੀਗੇ, ਕਿਉਂਕਿ ਉਹ ਕਿਸੇ ਨੇ ਭੁੱਖੇ ਨੂੰ ਕਿਹਾ 2 ਤੇ 2, ਕਹਿੰਦਾ ਜੀ 4 ਰੋਟੀਆਂ। 2 + 2 ਕਹਿੰਦਾ 2 'ਚ 2 ਜੋੜ ਲਓ ਤੇ ਕਿੰਨੇ ਹੁੰਦੇ ਆ? ਕਹਿੰਦਾ, ਉਹਨੇ 4 ਨਹੀਂ ਕਿਹਾ, ਕਹਿੰਦਾ 4 ਰੋਟੀਆਂ, ਕਿਉਂਕਿ ਉਹਨੂੰ ਤੇ ਭੁੱਖ ਲੱਗੀ ਸੀ। ਕਹਿੰਦਾ 4 ਰੋਟੀਆਂ ਲੈ ਕੇ ਆ, ਫਿਰ ਤੇਰਾ ਹਿਸਾਬ ਬਾਅਦ 'ਚ ਕਰਾਂਗੇ। ਸਾਡਾ ਵੀ ਇਹੀ ਸੀਗਾ ਵੀ ਸਾਨੂੰ ਤੇ ਕੋਈ ਘਰ 'ਚ ਰਹਿਣ ਲਈ ਕੋਈ ਜਗ੍ਹਾ ਨਹੀਂ ਹੈ, ਫੀਸ ਦੇਣ ਲਈ ਨਹੀਂ ਹੈਗੀ, ਤੇ ਇਹ ਆਈਡੀਆ ਕਿ ਯਾਰ ਐਡਾ ਵੱਡਾ ਸਵਰਗ ਤੇ ਹਰਾ ਭਰਾ ਹੋਊਗਾ, ਮਾਰ ਹੱਲਾ, ਮਾਰ ਨਾਰੇ, ਮਾਰ, ਜੇਲ੍ਹ 'ਚ ਜਾਓ, ਬਾਹਰ ਆਓ। ਇਹ ਕੰਮ ਸਾਨੂੰ ਬਹੁਤ ਫੈਸੀਨੇਟ ਕਰਦਾ ਸੀਗਾ ਕਿ ਇਨਕਲਾਬ ਹੋਣਾ ਚਾਹੀਦਾ। ਆ ਕੋਠੀਆਂ ਜਿਹੜੀਆਂ ਦੂਜੇ ਮੱਲੀ ਬੈਠੇ ਆ, ਇਹ ਗਰੀਬਾਂ ਕੋਲ ਹੋਣੀਆਂ ਚਾਹੀਦੀਆਂ। ਕਿੰਨੇ ਸੋਹਣੇ ਆਈਡੀਆ ਹੈਗੇ, ਹੈ ਨਾ? ਪਰ ਉਹ ਕਰਨਾ ਕਿਵੇਂ ਆ? ਉਹਦੇ ਡਾਂਗ ਨੂੰ ਸੋਟੇ ਨੂੰ ਤੇਲ ਲਾਈ ਬੈਠੇ ਆ ਜਿਨ੍ਹਾਂ ਦੀਆਂ ਕੋਠੀਆਂ। ਆਪਾਂ ਕਿਵੇਂ ਕਰਨੀਆਂ ਇਹ? ਉਹਨਾਂ ਨੂੰ ਕੱਢਣਾ ਬਾਹਰ ਤੇ ਹੋਰਨਾਂ ਨੂੰ ਵਾੜਨਾ, ਫਿਰ ਉਹਦਾ ਕੀ ਫਾਇਦਾ ਹੋਇਆ? ਕਿ ਹੋਰਨਾਂ ਨੂੰ ਬਣਾ ਕੇ ਦੇਣੀਆਂ ਤੇ ਉਹਨਾਂ ਨੂੰ ਬੈਠੇ ਰਹਿਣ ਦੇਣਾ। ਉਹ ਕਿੱਥੋਂ ਬਣਾਉਣੀਆਂ, ਕਿਵੇਂ ਬਣਨੀਆਂ, ਕਿੱਥੋਂ ਸਾਧਨ ਆਉਣੇ ਆ? ਇਹ ਕਹੀ ਜਾਣਾ ਕਿ ਆਹ ਕਰਾਂਗੇ, ਆਹ ਮੰਗਦੇ ਆ, ਆਹ ਕਰਾਂਗੇ, ਆਹ ਮੰਗਦੇ ਆ, ਮੰਗਣ ਨਾਲ ਨਹੀਂ, ਸਪਲਾਈ ਚਾਹੋ ਇੰਜ ਕਰਾਂਗੇ, ਇੰਜ ਕਰਾਂਗੇ, ਇੰਜ ਕਰਾਂਗੇ। ਉਹ ਦੱਸੋ ਸਾਨੂੰ ਬਲੂਪ੍ਰਿੰਟ, ਰਸਤਾ। ਮੇਰਾ ਤੇ ਖਿਆਲ ਤੁਸੀਂ ਵੀ ਖੁਸ਼ ਹੋ ਰਹੇ ਆ ਵੀ ਤੁਹਾਨੂੰ ਵੀ ਸ਼ਾਇਦ ਕੋਈ ਨਵਾਂ ਘਰ, ਨਵੀਂ ਗੱਡੀ, ਨਵਾਂ ਕੋਈ ਹੋਰ ਫ੍ਰਿਜ ਉਹਦੇ 'ਚ ਲੱਗ ਜਾਊਗਾ। ਇਹ ਸਾਰਿਆਂ ਨੂੰ ਸੁਪਨੇ ਤੇ ਬਹੁਤ ਸੋਹਣੇ ਲੱਗਦੇ ਆ, ਮੈਨੂੰ ਵੀ ਲੱਗਦੇ ਆ, ਤੁਹਾਨੂੰ ਵੀ ਲੱਗਦੇ ਆ। ਆਪਾਂ ਕਿੱਦਾਂ ਚੱਲੀਏ? ਕਾਰਪੋਰੇਟਾਂ ਨੂੰ ਨੱਥ ਪਾਉਣੀ ਮੈਨੂੰ ਬੜਾ ਚੰਗਾ ਲੱਗਦਾ, ਬਿਲਕੁਲ ਨਹੀਂ ਹੋਣੇ ਚਾਹੀਦੇ। ਇਹਨਾਂ ਨੂੰ ਤੇ ਪਿੱਸੂ ਪੈ ਜਾਣ ਅੱਜ ਹੀ ਸਾਰਿਆਂ ਨੂੰ, ਕਾਰਪੋਰੇਟਾਂ ਨੂੰ, ਮੈਂ ਚਾਹੁੰਦਾ, ਹੈ ਨਾ? ਪਰ ਪਾਈਏ ਕਿਵੇਂ? ਉਹ ਤੇ ਤਗੜੇ ਹੋਈ ਜਾਂਦੇ ਆ। ਜ਼ਮੀਨ ਦਾ ਤੁਸੀਂ ਕਿਸੇ ਨਾਲ ਵੀ ਗੱਲ ਕਰਕੇ ਦੇਖ ਲਓ। ਜੇ ਆਪਾਂ ਜ਼ਮੀਨ ਵੰਡਣੀ ਆ ਤੇ ਗੱਲ ਤੇ ਕਰਕੇ ਦੇਖੋ ਵੀ ਜ਼ਮੀਨ ਕਿਹਦੀ ਵੰਡਣੀ ਆ, ਆਪਣੀ ਗੱਲ ਕਰਕੇ ਦੇਖ ਲੈਣ। ਜੇ ਕਿਸਾਨ ਅਗਲੇ ਦਿਨ ਹੀ ਨਾ ਡਾਂਗਾ ਫੜ ਕੇ ਇਹਨਾਂ ਦੇ ਦਿਵਾਲੇ ਹੋ ਜਾਣਗੇ ਜਿਹੜੇ ਅੱਜ ਇਹਨਾਂ ਦੇ ਮੈਂਬਰ ਆ, ਕਰਕੇ ਦੇਖੋ ਵੀ ਕਿਵੇਂ ਵੰਡਣੀ ਹੈ ਜ਼ਮੀਨ। ਜ਼ਮੀਨ ਦਾ ਨਾਅਰਾ ਦੇਣ ਕਿ ਅਸੀਂ ਜ਼ਮੀਨ ਵੰਡਣੀ ਆ, ਦੱਸਣ। ਉਹਦੇ 'ਚ ਲਿਖਿਆ ਨਾ ਜ਼ਮੀਨ ਵੰਡਾਂਗੇ, ਗਰੀਬਾਂ ਨੂੰ ਦੇਵਾਂਗੇ। ਹਾਂ ਦੱਸੋ ਕਿਹੜੀ ਜ਼ਮੀਨ ਦੇਣੀ ਆ? ਕਿਸਾਨਾਂ ਦੀ ਦੇਣੀ ਆ, ਵੱਡਿਆਂ ਕਿਸਾਨਾਂ ਦੀ ਦੇਣੀ ਆ, ਕਿਹਨਾਂ ਦੀ ਦੇਣੀ ਹੈ? ਦੱਸੋ ਕਿੱਥੋਂ ਲਿਆਉਣੀ ਜ਼ਮੀਨ? ਆਪਾਂ ਪ੍ਰੈਕਟੀਕਲੀ ਗੱਲਾਂ ਕਰੋ ਨਾ, ਕੀ ਕਰਨਾ ਹੈਗਾ। ਸਿਸਟਮ ਬਦਲਣਾ ਬੜਾ ਚੰਗੀ ਗੱਲ ਹੈ, ਬਦਲ ਦਿਓ, ਬਿਲਕੁਲ ਹੀ ਬਦਲ ਦਿਓ। ਧੋਤੀਆਂ ਵਾਲਿਆਂ ਨੂੰ, ਚਾਦਰਾਂ ਵਾਲਿਆਂ ਨੂੰ ਪੈਂਟਾਂ ਦੇ ਦਿਓ, ਹੈ ਨਾ? ਸਿਸਟਮ ਬਦਲਿਆ ਆ ਪਹਿਲਾਂ ਨਾਲੋਂ। ਪਹਿਲਾਂ ਸਾਰੇ ਚਾਦਰੇ ਲਾਉਂਦੇ ਸੀ,
ਹੁਣ ਉਹ ਬੂਟ ਸੂਟ ਹੋ ਗਏ ਸਾਰੇ। ਇਹ ਤੇ ਸਿਸਟਮ ਬਦਲ ਗਿਆ। ਹੋਰ ਵੀ ਬਦਲ ਦਿਓ, ਚੰਗਾ ਲੱਗਦਾ ਸਾਨੂੰ। ਅਸੀਂ ਸਿਸਟਮ ਨੂੰ ਬਦਲਣਾ ਚਾਹੁੰਦੇ ਹਾਂ, ਅਸੀਂ ਵੀ ਹੈਗੇ। ਕਿੱਥੇ ਸਾਨੂੰ ਕੋਈ ਹੋਮਵਰਕ ਦਿਓ ਵੀ ਕਿਵੇਂ ਬਦਲੀਏ। ਇਹ ਕਹਿਣ ਨਾਲ ਤੇ ਨਹੀਂ ਨਾ ਹੋ ਜਾਊਗਾ ਕੋਈ ਸਿਸਟਮ। ਹਾਂ, ਸਾਨੂੰ ਜਿੰਨਾ ਸਮਝ ਪੈਂਦਾ। ਮੈਂ ਲਾਸਟ ਗੱਲ ਇਹ ਵੀ ਕਹਿੰਦਾ, ਤੁਹਾਡਾ ਕੋਈ ਹੋਰ ਸਵਾਲ ਵੀ ਹੋਣੇ ਆ, ਕਿਉਂਕਿ ਕੇਜਰੀਵਾਲ ਵੀ ਬਹੁਤ ਅੱਜ ਉਹਨੇ ਕਿਹਾ ਕਿ ਮੈਨੂੰ ਆਹ ਕਹਿਤਾ ਉਹ ਗੱਲ ਵੀ ਮੇਰਾ ਖਿਆਲ ਮੈਨੂੰ ਥੋੜੀ ਜਿਹੀ ਚੰਗੀ ਲੱਗੀ, ਕਰਨੀ ਚਾਹੀਦੀ ਆ। ਪਰ ਇਹਦਾ ਤੇ ਸਾਨੂੰ ਮੈਨੂੰ ਇਹੋ ਹੀ ਕਹਿਣਾ ਕਿ ਜਿਹੜੇ ਲਕਸ਼ ਹੈਗੇ ਆ ਉਹਨਾਂ ਤੇ ਸਾਨੂੰ ਕੋਈ ਤੁਹਾਡਿਆਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਹੈਗਾ। ਪਰ ਇਹ ਲਕਸ਼ ਤੇ ਕਿਹੜੇ ਕਦਮ ਤੇ ਕਿਹੜੇ ਰਸਤੇ ਤੇ ਚੱਲ ਕੇ ਕਿਵੇਂ ਉਸ ਮੰਜ਼ਿਲ ਤੇ ਪਹੁੰਚੀਏ, ਜਿਹੜੇ ਸੁਪਨੇ ਤੁਸੀਂ ਸਾਨੂੰ ਵੇਚੇ ਆ ਜਾਂ ਦਿੱਤੇ ਆ, ਉਹ ਸੁਪਨਿਆਂ ਨੂੰ ਇਸ ਧਰਤੀ ਤੇ ਕਿਵੇਂ ਉਤਾਰੀਏ, ਉਹ ਰਸਤਾ ਦੱਸੋ ਸਾਨੂੰ। ਤੇ ਆਪਾਂ ਢੋਲ ਵਜਾ ਕੇ ਸਾਰਿਆਂ ਕੋਲ ਚੱਲਾਂਗੇ ਇਕੱਠੇ। ਅਸੀਂ ਤੁਹਾਡੇ ਅੱਗੇ ਹੋਵਾਂਗੇ, ਤੁਸੀਂ ਸਾਨੂੰ ਰਸਤਾ ਦੱਸੀ ਚੱਲਿਓ ਕਿ ਕਿਹਦਾ ਡਗਾ ਜ਼ਿਆਦਾ ਵੱਜਦਾ, ਉਸ ਢੋਲ ਤੇ ਰਲ ਕੇ ਕਰੀਏ। ਚੰਗੀ ਗੱਲ ਹੈ। ਪਰ ਮੈਨੂੰ ਲੱਗਦਾ ਇਹ ਆਈਡੀਆ ਜ਼ਿਆਦਾ ਔਰ ਉਹਦਾ ਐਕਚੁਅਲ ਸਾਡੀ ਜਿਹੜੀ ਪ੍ਰੈਕਟਿਸ ਹੈ ਧਰਾਤਲ ਤੇ, ਉਹਦੇ ਨਾਲ ਉਹਦਾ ਐਕਚੁਅਲ ਕੋਈ ਉਹਦੀ ਕੰਕਰੀਟ ਰੂਪ ਚ ਅਚੀਵ ਕਰਨਾ, ਉਹਨੂੰ ਧਰਤੀ ਤੇ ਉਤਾਰ ਪਾਉਣਾ, ਉਹ ਪ੍ਰੈਕਟਿਸ ਮੈਨੂੰ ਨਜ਼ਰ ਨਹੀਂ ਆਉਂਦੀ। ਉਹਦਾ ਪ੍ਰੈਕਟਿਸ ਦਾ ਜੋ ਕਰ ਰਹੇ ਆ ਔਰ ਜੋ ਆਈਡੀਆ ਮਨ ਚ ਵਸਾ ਕੇ ਚੱਲ ਰਹੇ, ਉਹਦਾ ਗੈਪ ਇੰਨਾ ਜ਼ਿਆਦਾ ਕਿ ਆਈਡੀਆ ਬਿਲਕੁਲ ਹਵਾ ਚ ਤੁਰਿਆ ਫਿਰਦਾ, ਜਿਸ ਤਰ੍ਹਾਂ ਕੋਈ ਹਲਕਾ ਜਿਹਾ ਉਹ ਮਾਈ ਬੁੱਢੀ ਦਾ ਝਾਟਾ ਹੁੰਦਾ ਜਿਹੜਾ ਮੈਂ ਕਿਹਾ ਸੀ, ਉਂਝ ਉੱਡਦਾ ਜਿਹਾ ਲੱਗ ਰਿਹਾ, ਕਿਤੇ ਬਹਿੰਦਾ ਨਹੀਂ ਲੱਗ ਰਿਹਾ। ਹਾਂਜੀ ਜੀ ਬਿਲਕੁਲ। ਸਵਾਲ ਇੱਥੇ ਲਗਾਤਾਰ ਉੱਠਦੇ ਨੇ ਕਿ ਹੁਣ ਵੋਟਾਂ ਤੋਂ ਵਿਹਲੇ ਹੋਣ ਤੋਂ ਬਾਅਦ ਲੋਕ ਸੋਚਦੇ ਨੇ ਕਿ ਹੁਣ ਕੀ ਬਣੂਗਾ, ਉਹਨਾਂ ਮੁੱਦਿਆਂ ਬਾਰੇ ਆਵਾਜ਼ ਕੌਣ ਚੁੱਕੂਗਾ ਜਿਹੜੇ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਮਨਾਂ ਵਿੱਚ ਪਾਏ ਗਏ ਕਿ ਆਹ ਮੁੱਦੇ ਤੁਹਾਡੇ ਨੇ। ਕੋਈ ਕਹਿੰਦਾ ਅਸੀਂ ਟੋਲ ਟੈਕਸ ਬੰਦ ਕਰਾ ਦਿਆਂਗੇ, ਕੋਈ ਜਿਵੇਂ ਹੁਣ ਇਹ ਸੀਲਿੰਗ ਸਿਸਟਮ ਜਿਹੜਾ ਜ਼ਮੀਨਾਂ ਦਾ ਲੈਂਡ ਸੀਲਿੰਗ ਸਿਸਟਮ ਹੈ ਉਹ ਲੈ ਕੇ ਆਵਾਂਗੇ। ਇਹ ਸਾਰਾ ਕੁਝ ਜਦੋਂ ਸਾਹਮਣੇ ਆਉਂਦਾ ਹੈ ਤੇ ਉਧਰਲੇ ਪਾਸਿਓਂ ਆਵਾਜ਼ਾਂ ਪ੍ਰੋਫੈਸਰ ਸਾਹਿਬ ਆ ਰਹੀਆਂ ਨੇ ਕਿ ਅਗਲੇ ਦਿਨਾਂ ਦੇ ਵਿੱਚ ਜਾਂ ਕਹਿ ਲਓ ਕਿ ਚੋਣ ਨਤੀਜਿਆਂ ਤੋਂ ਬਾਅਦ ਲਾਗੇ ਜਾਗੇ ਜਾ ਕੇ ਇਹਨਾਂ ਨੇ ਤੇਲ ਕੀਮਤਾਂ ਜਿਹੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਉਹਦੇ ਵਿੱਚ ਵੀ ਵਾਧਾ ਕਰ ਦੇਣਾ। ਇੱਥੇ ਹੁਣ ਸਰਨਾ ਤਾਂ ਹੈ ਨਹੀਂ, ਨਾ ਤਾਂ ਕਿਸੇ ਨੂੰ ਗੱਦਾਰ ਕਿਹਾ ਸਰਨਾ ਹੈ ਕਿ ਰਾਜੇਵਾਲ ਗੱਦਾਰੀ ਕਰ ਗਏ ਜਾਂ ਫਿਰ ਕੋਈ ਹੋਰ ਲੀਡਰ ਗੱਦਾਰੀ ਕਰ ਗਿਆ। ਇਹ ਜਿੱਥੋਂ ਤੱਕ ਆਪਾਂ ਜਦੋਂ ਇਸ ਦੀ ਗੱਲ ਕਰਦੇ ਹਾਂ ਕਿ ਬਦਲਾਅ, ਲੋਕ ਕਿਤੇ ਇਹ ਨਾ ਕਹਿਣ ਕਿ ਬਦਲਾਅ ਤਾਂ ਦੇਖੋ ਚਾਹੀਦਾ ਕਿਸੇ ਵੀ ਢੰਗ ਨਾਲ ਆਵੇ। ਲੋਕ ਤਾਂ ਆਪ ਪੱਕੇ ਹੋਏ ਨੇ, ਜੇ ਲੋਕਾਂ ਜਾ ਕੇ ਗੱਲ ਕਰੋ ਲੋਕ ਕਹਿੰਦੇ ਕਿ ਚੰਗਾ ਖਾਣਾ ਪੀਣਾ ਸੋਨਾ ਸਾਨੂੰ ਮਿਲ ਜੇ ਤੇ ਸਾਨੂੰ ਕੀ ਲੋੜ ਹੈ ਲੀਡਰਾਂ ਨੂੰ ਆਪਣੀ ਵੋਟ ਅਸੀਂ ਘਰ ਰੱਖ ਕੇ ਕੀ ਕਰਨਾ ਉਹਦਾ। ਤੇ ਇਹਦੇ ਵਿਚਾਲੇ ਜਦੋਂ ਇਹ ਸਾਰਾ ਕੁਝ ਸਾਹਮਣੇ ਆਉਂਦਾ, ਕਿਤੇ ਇਹ ਨਾ ਹੋਵੇ ਕਿ ਅਸੀਂ ਰਵਾਇਤੀ ਪਾਰਟੀਆਂ ਦੇ ਹੱਕ ਵਿੱਚ ਭੁਗਤੀਏ। ਬਦਲਾਅ ਦਾ ਸਾਨੂੰ ਵੀ ਦੱਸਣਾ ਚਾਹੀਦਾ ਹੈ ਕਿ ਆਹ ਰੋਡ ਮੈਪ ਹੈ, ਕਿਉਂਕਿ ਜੇ ਅਗਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਮਹਿੰਗਾਈ ਕਰਦੇ ਨੇ, ਕਿਸੇ ਵੀ ਚੀਜ਼ ਦੇ ਰੇਟ ਵਿੱਚ ਵਾਧਾ ਕਰਨਾ ਜਾਂ ਕਿਸੇ ਵੀ ਢੰਗ ਨਾਲ ਲੋਕਾਂ ਦਾ ਕਚੂੰਬਰ ਕੱਢਣਾ, ਤੇ ਫਿਰ ਲੋਕ ਤਾਂ ਕਿਸੇ ਨਾ ਕਿਸੇ ਢੰਗ ਨਾਲ ਸਾਹਮਣੇ ਆਉਣਗੇ। ਮੈਂ ਤੁਹਾਨੂੰ ਇੱਕ ਹੋਰ ਬੰਦਾ ਜਿਹੜਾ ਸਾਡੇ ਬਾਰ-ਬਾਰ ਗੇੜਾ ਮਾਰਦਾ ਦਿੱਲੀੋਂ, ਉਹਦੀ ਗੱਲ ਵੀ ਦੱਸਦੇ ਹਾਂ। ਜਦੋਂ ਅਸੀਂ ਇਹਦੇ ਨਾਲ ਪਹਿਲੇ ਸਾਲ ਲੱਗੇ ਕੇਜਰੀਵਾਲ ਨਾਲ, ਇਹ ਕਹਿੰਦਾ ਸੀਗਾ ਸੱਤਾ ਪਰਿਵਰਤਨ ਨਹੀਂ, व्यवस्था परिवर्तन करेंगे, लोकपाल लेके आएंगे, सारे का सारा कानून जो है लोकपाल लागू। क्या किसी की जरूरत है कि करप्शन करे? लोकपाल ऐसा डंडा होएगा कि सबके सिर में मारेंगे। बनाया ही नहीं 2 साल, सानू मजारे करने पे वो बना ला, भुल गया तू लोकपाल। दिल्ली च प्रशांत भूषण ते सानू थाने भी लै गए एक बारी, सानू फड़ के प्रशांत भूषण जोगिंदर यादव नू ਇਹਦਾ ਲੋਕਪਾਲ ਬਣਵਾਉਂਦੇ ਤੇ ਜਦੋਂ ਬਣਾਇਆ ਤੇ ਉਹ ਆਪਣੇ ਕੰਟਰੋਲ ਚ ਕਰ ਲਿਆ। ਉਹ ਤੇ ਪੋਲਿਟਿਕਸ ਭਾਰੀ ਕਰਤੀ, ਜਿਹਦਾ ਮਤਲਬ ਉਸਨੇ ਕੰਮ ਕਰਨਾ ਹੀ ਕੋਈ ਨਹੀਂ ਸੀ। ਜਿਹੜਾ ਲੋਕਪਾਲ ਅਸੀਂ ਪਹਿਲਾਂ ਸ਼ੁਰੂ ਚ ਦਿੱਤਾ ਸੀ ਉਹ ਹੋਰ ਕਿਸਮ ਦਾ ਸੀ, ਉਹਦੇ ਚ ਤਾਂ ਉਹਦੀ ਆਟੋਨਮਸ ਪਾਵਰ ਸੀ। ਤੇ ਮੈਂ ਕਹਿਣ ਦਾ ਮਤਲਬ ਇਹ ਵੀ ਚੱਲਿਆ ਸੀ ਕਿ ਬੜੀ ਮੂਵਮੈਂਟ ਸੱਤਾ ਪਰਿਵਰਤਨ ਨਹੀਂ ਸਿਸਟਮ ਪਰਿਵਰਤਨ ਕਰਾਂਗੇ, ਵੀ ਮਤਲਬ ਥੱਲਿਓਂ ਜੜ ਤੋਂ ਹੀ ਬਦਲ ਕੇ ਰੱਖ ਦਾਂਗੇ। ਤੇ ਉਹ ਕੀ ਬਦਲਿਆ ਦਿੱਲੀ ਚ, ਕੀ ਬਦਲ ਗਿਆ? ਠੇਕੇ ਹੋਰ ਖੋਲਤੇ ਜੀ ਸ਼ਰਾਬ ਦੇ, ਉਹਨਾਂ ਤੋਂ ਪੈਸਾ ਲਿਆ ਕੇ ਇੱਥੇ ਚੋਣਾਂ ਜਾਣ ਦਿੱਤੇ। ਠੇਕੇਦਾਰਾਂ ਤੋਂ ਪੈਸਾ ਲੈ ਕੇ ਦਿੱਲੀੋਂ ਤੇ ਇੱਥੇ ਚੋਣਾਂ ਚ ਮੈਦਾਨ ਚ ਆ ਗਏ ਕਿ ਹੁਣ ਇੱਥੇ ਵੀ ਸੱਤਾ ਪਰਿਵਰਤਨ ਕਰਾਂਗੇ। ਇੱਥੇ ਉਲਟ ਗੱਲ ਕਹਿੰਦੇ ਆ, ਇੱਥੇ ਕਹਿੰਦੇ ਜੀ ਅਸੀਂ ਇਹ ਕਾਰਪੋਰੇਸ਼ਨ ਬਣਾਵਾਂਗੇ। ਉੱਥੇ ਬਣੀ ਬਣਾਤੀ ਨੂੰ ਪ੍ਰਾਈਵੇਟ ਕਰਤਾ, ਗਵਰਨਮੈਂਟ ਦੇ ਸੀਗੇ, ਉੱਥੇ ਹੋਰ ਵਧਾਤੇ, ਡਬਲ ਕਰਤੇ। ਕੀ ਕੰਮ ਕਰਦੇ ਫਿਰਦੇ ਆ? ਮੈਨੂੰ ਦੱਸਣ ਤੇ ਸੀ। ਹਰ ਬੰਦਾ ਇੰਨਾ ਚੁਸਤ ਚਲਾਕ ਹੋ ਗਿਆ, ਹਰ ਦੂਜਿਆਂ ਨੂੰ ਬੇਵਕੂਫ ਹੀ ਸਮਝਦੇ, ਸਾਰਿਆਂ ਨੂੰ ਚੱਲ ਪੈਂਦੇ ਸਵਖਤੇ ਹੀ। ਅੱਜ ਕਿਹਦਾ ਬੇਵਕੂਫ ਬਣਾਉਣਾ, ਯਾਨੀ ਸਵਖਤੇ ਹੀ ਕੋਈ ਫੈਸਲਾ ਕਰਕੇ ਦਮਾ ਛੋਛਾ ਛੱਡ ਦਿੰਦੇ ਆ। ਇਹ ਤੁਹਾਡੀਆਂ ਗੱਲਾਂ ਨੇ, ਜਿਹੜਾ ਤੁਹਾਡਾ ਹੋਪ ਹੈ ਕਿ ਲੋਕ ਕੀ ਚਾਹੁੰਦੇ ਆ, ਬਿਲਕੁਲ ਠੀਕ ਹੈ। ਲੋਕਾਂ ਦੇ ਮੁੱਦੇ ਵੀ ਹੈਗੇ, ਲੋਕਾਂ ਦੇ ਵੱਡੇ ਮੁੱਦੇ ਵੀ ਹੈਗੇ ਆ।
ਸਾਡੇ ਆਉਣ ਵਾਲੇ ਸਮੇਂ 'ਚ ਚੁਣੌਤੀਆਂ ਪੰਜਾਬ 'ਚ ਬਹੁਤ ਹੋਣਗੀਆਂ। ਇਸ ਲਈ ਦੇਖੋ, ਰਜਿਸਟੈਂਸ ਪੈਦਾ ਕਰਨੀ ਉਹ ਇੱਕ ਗੱਲ ਹੈਗੀ। ਉਹ ਪਹਿਲਾਂ ਵੀ ਸਿੰਘੂ ਟਿੱਕਰੀ ਬਾਰਡਰ ਵਾਲੀ ਬੜੀ ਜ਼ਬਰਦਸਤ ਰਜਿਸਟੈਂਸ ਆ। ਉਹਦਾ ਰਿਜ਼ਲਟ ਇਹ ਨਿਕਲਿਆ ਕਿ ਦੁਨੀਆ ਦੇ 6 ਦੇਸ਼ਾਂ ਵਿੱਚ ਉਸ ਕਿਸਮ ਦੀ ਮੂਵਮੈਂਟ ਚੱਲ ਰਹੀ ਹੈ ਇਸ ਵੇਲੇ। ਦੁਨੀਆ ਦੇ 6 ਦੇਸ਼ਾਂ 'ਚ ਜਿਹੜਾ ਮਾਡਲ ਇਹਨਾਂ ਕਿਸਾਨ ਵੀਰਾਂ ਨੇ ਦਿੱਤਾ, ਐਡਾ ਪਾਵਰਫੁਲ ਮਾਡਲ ਹੈਗਾ, ਉਸ ਨੂੰ ਹੋਰ ਵਿਸ਼ਾਲ ਕਰੋ। ਕੁਛ ਨਹੀਂ ਹੋਇਆ ਰਾਜੇਵਾਲ ਨੂੰ, ਕੁਛ ਨਹੀਂ ਹੋਇਆ ਬਾਕੀ ਕਿਸੇ ਮਨਜੀਤ ਰਾਏ ਨੂੰ ਜਾਂ ਕਾਦੀਆਂ ਨੂੰ ਜਾਂ ਕੁਲਵੰਤ ਸਿੰਘ ਸੰਧੂ ਨੂੰ, ਕਿਸੇ ਨੂੰ ਕੋਈ ਕੋਈ ਲਕਵਾ ਨਹੀਂ ਮਾਰ ਗਿਆ। ਇੰਜ ਨਾ ਗੱਲਾਂ ਕਰੋ, ਸਭ ਕਾਇਮ ਆ, ਅੱਗੇ ਨਾਲੋਂ ਜ਼ਿਆਦਾ ਕਾਇਮ ਹੋਏ ਆ। ਇਹ ਸਾਰੇ ਰਲ ਕੇ ਜੋ ਗੱਲਾਂ ਤੁਸੀਂ ਕਹੇ ਕਿ ਆਹ ਮੁੱਦੇ ਹੈਗੇ, ਉਹਦੇ ਤੇ ਲੜਨਾ ਪਊਗਾ, ਲਗਾਤਾਰ ਭਰੋਸਾ ਬਣਾ ਕੇ ਲੜਨਾ ਪਊ। ਪਰ ਜੇ ਸਾਡੇ ਮਨ ਵਿੱਚ ਕੁਝ ਹੋਰ ਵੀ, ਮੈਂ ਤੇ ਉਹਨੂੰ ਬੇਈਮਾਨੀ ਕਹੂੰਗਾ, ਇਹ ਚੱਲ ਰਹੀ ਹੈ ਕਿਸੇ ਦੇ ਕਿ ਮੈਂ ਸੱਤਾ ਤੇ ਉਹਨੂੰ ਠਿੱਬੀ ਮਾਰ ਕੇ ਆਪ ਕਬਜ਼ਾ ਹੋ ਜਾ, ਇਹ ਮੂਵਮੈਂਟ ਦਾ ਮੈਂ ਵੱਡਾ ਹਰੀ ਸਿੰਘ ਨਲੂਆ ਬਣ ਜਾਵਾਂ, ਜਾਣੀ ਵੱਡਾ ਜਰਨੈਲ ਮੈਂ ਹੀ ਬਣ ਜਾ, ਬਾਕੀ ਦਿਆਂ ਨੂੰ ਛੋਟਾ ਕਰ ਦਿਆਂ। ਹੁਣ ਉਹ ਤੇ ਛੋਟੇ ਹੋ ਗਏ, ਉਹ ਤੇ ਕਿਹੜੇ ਹੋ ਗਏ, ਅਸੀਂ ਮੈਦਾਨ 'ਚ ਨਿਤਰੇ ਆ, ਫਲਾਨਾ ਟਮਕਾਣਾ, ਇਹ ਗੱਲਾਂ ਨਹੀਂ ਚੱਲਣਗੀਆਂ। ਪਹਿਲੇ ਵਾਲਾ ਵਿਸ਼ਵਾਸ, ਉਸ ਵਿਸ਼ਵਾਸ ਨੂੰ ਹੋਰ ਗਹਿਰਾ ਤੇ ਉਸ ਵਿਸ਼ਵਾਸ ਨੂੰ ਹੋਰ ਵਿਸ਼ਾਲ, ਜਾਣੀ ਤੁਹਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ, ਸਾਨੂੰ ਸਾਰਿਆਂ ਨੂੰ, ਮੈਂ ਵੀ ਆਪਣੇ ਆਪ ਨੂੰ ਸ਼ਾਮਲ ਕਰਦਾ, ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜੇ ਮਜ਼ਦੂਰ ਵੱਡੀ ਗਿਣਤੀ 'ਚ ਕਿਸੇ ਮੂਵਮੈਂਟ 'ਚ ਨਹੀਂ ਆਉਂਦਾ, ਉਹ ਮੂਵਮੈਂਟ ਨੂੰ ਬਹੁਤ ਬਲ ਲਗਾਤਾਰ ਨਹੀਂ ਦਿੱਤਾ ਜਾ ਸਕਦਾ। ਔਰ ਖਾਸ ਕਰ ਜੇ ਪੰਜਾਬ ਦੇ ਵਿੱਚ ਦੇਖਿਆ ਜਾਏ ਤੇ ਜੇ ਦਲਿਤ ਵੱਡੀ ਤੌਰ ਤੇ ਨਹੀਂ ਆਉਂਦਾ, ਜਿਨ੍ਹਾਂ ਦੀ 32% ਭੂਮਿਕਾ ਹੈਗੀ ਹੈ, ਜਿਹੜੇ ਅਤੀ ਗਰੀਬ ਆ, ਉਹਨਾਂ 'ਚ ਔਰਤਾਂ ਹੋਰ ਵੀ ਗਰੀਬ ਆ, ਤਾਂ ਫਿਰ ਵੀ ਅਸੀਂ ਕੋਈ ਵੀ ਤਬਦੀਲੀ ਦੀ ਗੱਲ ਕਰਦੇ ਹਾਂ ਜਾਂ ਕੋਈ ਵੀ ਮੁਕਾਬਲੇ ਦੀ ਫੌਜ ਤਿਆਰ ਕਰਨ ਦੀ ਗੱਲ ਕਰਦੇ ਹਾਂ, ਤਾਂ ਉਹ ਫਿਰ ਵੀ ਉਹ ਕਮਜ਼ੋਰ ਨਜ਼ਰ ਆਊਗੀ। ਇਹ ਸਾਰੀਆਂ ਕਮੀਆਂ ਨੂੰ ਆਪਾਂ ਦੂਰ ਕਿਵੇਂ ਕਰਨਾ, ਨੌਜਵਾਨਾਂ ਨੂੰ ਹੋਰ ਵੱਡੇ ਪੱਧਰ ਤੇ ਕਿਵੇਂ ਉਹਦੇ 'ਚ ਸ਼ਾਮਲ ਕਰਨਾ, ਇਹ ਔਰਤਾਂ ਨੂੰ ਹੋਰ ਪਹਿਲਾਂ ਨਾਲੋਂ ਕਾਫੀ ਔਰਤਾਂ, ਤੇ ਜਿਸ ਤਰ੍ਹਾਂ ਸਾਡੇ BKU ਏਕਤਾ ਗਰਾਹਾਂ 'ਚ ਤੇ ਉਹਨਾਂ ਨੇ ਔਰਤਾਂ ਕਾਫੀ ਸ਼ਾਮਲ ਕੀਤੀਆਂ, ਹੋਰ ਵੀ ਹੋਈਆਂ, ਹੋਰ ਔਰਤਾਂ ਨੂੰ ਕਿਵੇਂ ਉਹਦੇ 'ਚ ਸ਼ਾਮਲ ਕਰਨਾ, ਇਹ ਸਸ਼ਕਤੀਕਰਨ ਦਾ ਇੱਕ ਵੱਡਾ ਉਪਰਾਲਾ ਹੋਊਗਾ। ਤੇ ਇਹਦੇ ਰਾਹੀਂ ਹੀ ਜਿਹੜੀਆਂ ਮੰਗਾਂ ਦੀ ਅਸੀਂ ਗੱਲ ਕਰਦੇ ਹਾਂ, ਉਸ ਨੂੰ ਅਸੀਂ ਦੂਰ ਜਾਂ ਹੋਰ ਉਸ ਤਰੀਕੇ ਨਾਲ ਮੰਗਾਂ ਨੂੰ ਅੱਗੇ ਤੋਰ ਸਕਦੇ ਹਾਂ। ਇਹ ਪਰ ਜੇ ਸੋਚੋ ਕਿ ਇਹ ਚੰਗੇ ਕੰਮ ਇੱਕੋ ਹੀ ਮੇਰੇ ਸਿਰ ਤੇ ਹੋਣ ਤੇ ਮੈਨੂੰ ਹੀ ਕ੍ਰੈਡਿਟ ਮਿਲੇ, ਜੇ ਇਸ ਪਾਸੇ ਕ੍ਰੈਡਿਟ ਗੇਮ ਦੇ ਵਿੱਚ ਪੈ ਜਾਾਂਗੇ, ਤਾਂ ਫਿਰ ਅਸੀਂ ਉਸ ਮੂਵਮੈਂਟ ਨੂੰ ਅੱਗੇ ਨਹੀਂ ਤੋਰ ਪਾਵਾਂਗੇ, ਸਗੋਂ ਅਸੀਂ ਉਸ ਨੂੰ ਅੱਧ ਵਿਚਾਲੇ ਹੀ ਕਾਫੀ ਕਮਜ਼ੋਰ ਕਰ ਬੈਠਾਂਗੇ। ਹਾਂਜੀ ਬਿਲਕੁਲ, ਨਤੀਜੇ ਤਾਂ ਪ੍ਰੋਫੈਸਰ ਸਾਹਿਬ ਵਾਹਵਾ ਦਿਨ ਬਾਕੀ ਨੇ, ਪਰ ਜਿਹੜੀ ਕੇਂਦਰ ਸਰਕਾਰ ਹੈ ਉਹਦੀਆਂ ਕੋਸ਼ਿਸ਼ਾਂ ਲਗਾਤਾਰ ਅੱਗੇ ਕਹਿੰਦੇ ਵੱਧ ਰਹੀਆਂ। ਉੱਡਦੀਆਂ ਖਬਰਾਂ ਨੇ ਕਿ ਸਿੱਖਾਂ ਨੂੰ ਨੇੜੇ ਲਾਉਣ ਦੇ ਲਈ ਇਹ ਬੰਦੀ ਸਿੰਘਾਂ ਨੂੰ ਰਿਹਾ ਕਰਨ ਬਾਰੇ ਸੋਚ ਰਹੇ ਨੇ, ਜਾਂ ਕਹਿ ਲਓ ਕਿ ਬਸ ਥੋੜੇ ਦਿਨਾਂ ਤੱਕ ਕੋਈ ਅੰਤਮ ਫੈਸਲਾ ਲੈ ਲੈਣਾ। ਉਹਦੇ ਵਿੱਚ ਸ਼ਾਇਦ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ, ਵੱਡੇ ਵੱਡੇ ਜਿਹੜੇ ਬੰਦੀ ਸਿੱਖ ਚਿਹਰੇ ਨੇ, ਉਹਨਾਂ ਨੂੰ ਬਾਹਰ ਲਿਆ ਕੇ ਬੀਜੇਪੀ ਕਿਸੇ ਨਾ ਕਿਸੇ ਢੰਗ ਦੇ ਨਾਲ ਸਿੱਖ ਸਭਾ ਦੇ ਵਿੱਚ ਆਪਣੀ ਉਹ ਪਛਾਣ ਬਣਾਉਣਾ ਚਾਹੁੰਦੀ ਹੈ ਕਿ ਜਿਹੜਾ 70 ਸਾਲ ਕਿਸੇ ਨੇ ਨਹੀਂ ਕੀਤਾ, ਉਹ ਦੇਖੋ ਮੋਦੀ ਸਾਹਿਬ ਨੇ ਕਰ ਦਿੱਤਾ। ਦੇਖੋ, ਇਹ ਗੱਲਾਂ ਛੱਡ ਦੇਣਾ ਤੇ ਹੱਕ ਹੀ ਬਣਦਾ, ਯਾਨੀ ਇਹ ਲੋਕਾਂ ਦਾ ਉਹਨਾਂ ਨੂੰ ਛੱਡ ਜਾਣਾ ਜਾਂ ਜੇਲ੍ਹ ਚੋਂ ਬਾਹਰ ਆ ਜਾਣਾ, ਇਹ ਤੇ ਬੜੀ ਦੇਰ ਦੇ ਕਿੰਨੀ ਵਾਰੀ ਮੁਜ਼ਾਹਰੇ ਹੋਏ, ਭੁੱਖ ਹੜਤਾਲਾਂ ਹੋਈਆਂ, ਅੰਬ ਸਾਹਿਬ ਮੋਹਾਲੀ ਦੇ ਵਿੱਚ ਵੀ ਮੈਨੂੰ ਯਾਦ ਆ, ਸਿੰਘਾਂ ਨੇ ਉੱਥੇ ਵੱਡੇ ਪ੍ਰੋਟੈਸਟ ਕੀਤੇ, ਹੋਰ ਵੀ ਬਹੁਤ ਹੋਏ ਆ। ਤੇ ਜੇ ਅਜੇ ਤੱਕ ਉਹਨਾਂ ਨੂੰ ਪ੍ਰੋਟੈਸਟ ਨੂੰ ਜਾਂ ਉਹਨਾਂ ਲੋਕਾਂ ਦੀਆਂ ਮੰਗਾਂ ਨੂੰ, ਆਕਾਂਖਸ਼ਾਵਾਂ ਨੂੰ ਬੂਰ ਨਹੀਂ ਸੀ ਪਿਆ, ਤੇ ਜੇ ਹੁਣ ਛੱਡ ਦਿੰਦੇ ਆ ਤੇ ਚੰਗੀ ਗੱਲ ਆ, ਅਸੀਂ ਇਸ ਗੱਲ ਦਾ ਸਰਕਾਰ ਦਾ ਥੈਂਕਸ ਵੀ ਕਰ ਦਾਂਗੇ। ਪਰ ਜੇ ਕਹਿਣਗੇ ਹੁਣ ਇਹਨਾਂ ਦੇ ਰਾਹੀਂ ਇੱਥੇ ਆਪਣੀ ਛਵੀ ਨੂੰ ਇੰਪਰੂਵ ਕਰਨਗੇ ਔਰ ਇੱਥੇ ਇੱਕ ਨਵੀਂ ਕਿਸਮ ਦਾ ਹੋਰ ਆਪਣਾ RSS ਦਾ ਪ੍ਰਚਾਰ ਇਹਦੇ ਰਾਹੀਂ ਇੱਥੇ ਹੋਊਗਾ, ਕੁਛ ਬੰਦੇ ਵਲਨੇਬਲ ਹੋ ਸਕਦੇ ਆ, ਉਹਨਾਂ ਦੀ ਗੇੜੇ 'ਚ ਚੜ੍ਹ ਵੀ ਸਕਦੇ ਆ। ਪਿੱਛੇ ਜੇ ਤੁਹਾਨੂੰ ਪਤਾ ਕਾਫੀ ਉੱਥੇ ਮਿਲ ਕੇ ਆਏ ਮੋਦੀ ਜੀ ਨੂੰ ਵੋਟਾਂ ਤੋਂ ਪੈਣ ਤੋਂ ਪਹਿਲਾਂ, ਉੱਥੇ ਸੀਚੇਵਾਲ ਜੀ ਦੇ ਤੇ ਦੂਰੋਂ ਪਛਾਣੇ ਗਏ, ਬਾਕੀ ਫੋਟੋ ਦੇ ਵਿੱਚ ਨਾ ਸਾਫ਼ ਪਛਾਣੇ ਨਹੀਂ ਗਏ, ਕਾਫੀ ਬਾਬਾ ਜੀ ਉੱਥੇ ਸਿੱਖ ਸਾਹਿਬਾਨ ਸੀਗੇ। ਹੁਣ ਦੇਖੋ, ਨਿੱਜੀ ਤੌਰ ਤੇ ਸਾਡੇ ਪ੍ਰਧਾਨ ਮੰਤਰੀ ਆ, ਮਿਲਣ 'ਚ ਕੋਈ ਹਰਜ ਨਹੀਂ, ਉਹ ਕੋਈ ਪਾਰਟੀ ਦੇ ਤੌਰ ਤੇ ਨਹੀਂ ਮਿਲੇ, ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ।
ਪਰ ਜੇ ਪ੍ਰਧਾਨ ਮੰਤਰੀ ਗਾਂ ਉਹਦੇ ਚੋਂ ਆਪਣੀ ਬੀਜੇਪੀ ਦੀ ਪੋਲਿਟਿਕਸ ਕੱਢਣਾ ਚਾਹੁੰਦੇ ਹੋਣ ਜਾਂ ਆਰਐਸਐਸ ਦਾ ਇੱਥੇ ਗੜ੍ਹ ਬਣਾਉਣਾ ਚਾਹੁੰਦੇ ਹੋਣ ਤੇ ਇਸ ਲਈ ਇੱਕ ਗੁੱਡਵਿਲ ਪੈਦਾ ਕਰ ਰਹੇ ਆ, ਉਹ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਤੇ ਪੰਜਾਬੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਕੀ ਅਸੀਂ ਇਸ ਦੇਸ਼ ਨੂੰ ਇੱਕ ਨਵੇਂ ਸਮਾਜਿਕ, ਆਰਥਿਕ ਤੇ ਰਾਜਨੀਤਿਕ ਮਾਡਲ ਦੇ ਉੱਤੇ ਅੱਗੇ ਤੋਰਨਾ, ਜਾਂ ਅਸੀਂ ਜਿੱਥੇ ਕਿ ਜੇ ਪਹਿਲਾਂ ਹੀ ਹੈਗਾ ਉੱਥੋਂ ਥੱਲੇ ਸੁੱਟ ਕੇ ਹੋਰ ਪਤਾਲ 'ਚ ਧੱਕਣਾ ਇਹਨੂੰ। ਇਹ ਫੈਸਲਾ ਲੋਕ ਕਰ ਲੈਣ ਤੇ ਸਮਝ ਲੈਣ ਕਿ ਕਿਹਦੀਆਂ ਮਨਸ਼ਾਵਾਂ ਤੇ ਜਿਹੜੀਆਂ ਸੋਚਾਂ ਕੀ ਕਿੱਧਰ ਨੂੰ ਹੈਗੀਆਂ। ਆਪਾਂ ਜਿਸ ਧਰਤੀ ਤੇ ਬੈਠੇ ਹਾਂ, ਜਿਸ ਇਤਿਹਾਸ ਦੀ ਕੜੀ ਦੇ ਵਿੱਚ ਅਸੀਂ ਇੱਕ ਕੜੀ ਹੈਗੇ ਆ, ਮੈਨੂੰ ਲੱਗਦਾ ਕਿ ਅਸੀਂ ਬੜੀ ਐਡਵਾਂਟੇਜ ਵਾਲੀ ਜਗ੍ਹਾ ਤੇ ਬੈਠੇ ਹਾਂ। ਸਾਨੂੰ ਬਹੁਤ ਸਾਰੇ ਫਾਇਦੇ ਆ ਇਸ ਗੱਲ ਦੇ। ਉਸ ਦਾ ਜੇ ਅਸੀਂ ਆਪ ਆਪਣੀ ਸ਼ਕਤੀ ਨੂੰ ਪਛਾਣ ਕੇ, ਵਿਚਾਰ ਦੀ, ਕੰਮ ਦੀ, ਮਿਹਨਤ ਦੀ, ਸਾਡੇ ਸਮਾਜ ਦੀ ਸ਼ਕਤੀ ਨੂੰ ਪਛਾਣ ਕੇ ਜੇ ਨਹੀਂ ਅੱਗੇ ਵਧਾਂਗੇ ਤੇ ਦੂਜਿਆਂ ਸਾਹਮਣੇ ਲਿੱਲੜੀਆਂ ਕੱਢ ਕੇ ਪੂਛਾਂ ਹਿਲਾਉਣ ਵਾਲੀ ਖੇਲ 'ਚ ਚੱਲ ਪਵਾਂਗੇ ਤਾਂ ਫਿਰ ਅਸੀਂ ਪੰਜਾਬੀਅਤ ਤੋਂ ਵੀ ਦੂਰ ਹੋਵਾਂਗੇ। ਜੋ ਸਾਨੂੰ ਇੱਥੇ ਸਾਰਾ ਸਾਡੇ ਵਿਰਸੇ 'ਚ ਸਾਨੂੰ ਮਿਲਿਆ, ਉਹਦੇ ਤੋਂ ਵੀ ਅਸੀਂ ਆਪਣੇ ਆਪ ਨੂੰ ਅਲੱਗ ਥਲੱਗ ਕਰ ਰਹੇ ਹੋਵਾਂਗੇ। ਉਸ ਵਿਰਸੇ ਨੂੰ ਵੀ ਅਸੀਂ ਤਿਲਾਂਜਲੀ ਦੇ ਰਹੇ ਹੋਵਾਂਗੇ। ਸਾਡੇ ਵਿਰਸੇ 'ਚ ਉਹ ਕੁਝ ਪਿਆ, ਭਾਵੇਂ ਸਾਡੀ ਭਾਸ਼ਾ, ਭਾਵੇਂ ਸਾਡਾ ਸੱਭਿਆਚਾਰ, ਭਾਵੇਂ ਸਾਡੇ ਮੋਰਲ ਐਜੂਕੇਸ਼ਨ ਆ, ਭਾਵੇਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਮਾਨਵਵਾਦੀ ਫਲਸਫਾ ਹੈਗਾ। ਜੇ ਅਸੀਂ, ਮੈਂ ਨਹੀਂ ਕਹਿੰਦਾ ਹੋਰਨਾਂ ਧਰਮਾਂ 'ਚ ਨਹੀਂ ਹੈਗਾ, ਪਰ ਜਿਸ ਦਾ ਮੈਨੂੰ ਪਤਾ ਮੈਂ ਉਹਦਾ ਕਲੇਮ ਕਰ ਰਿਹਾ। ਹੋਰਨਾਂ ਧਰਮਾਂ 'ਚ ਵੀ ਹੋਊਗਾ, ਇੰਨਾ ਕਿਤੇ ਨਹੀਂ ਹੈ ਕਿ ਇੱਕ ਦੂਜੇ ਨੂੰ ਨਫ਼ਰਤ ਕਰੋ, ਇੱਕ ਦੂਜੇ ਨੂੰ ਕੁੱਟੋ ਮਾਰੋ, ਇਹ ਤੇ ਕੋਈ ਧਰਮ ਨਹੀਂ ਕਹਿੰਦਾ। ਪਰ ਜੋ ਉਹਨਾਂ ਧਰਮਾਂ ਦਾ ਜਾਂ ਇਸ ਤਰੀਕੇ ਦਾ ਇਸਤੇਮਾਲ ਹੋ ਰਿਹਾ, ਰਾਜਨੀਤਿਕ ਦੁਰਵਰਤੋਂ ਹੋ ਰਹੀ, ਉਹ ਬਹੁਤ ਮਾੜੀ ਹੈ। ਆਪਾਂ ਸਾਰੇ ਇੱਥੋਂ ਮਿਲ ਕੇ ਅਸੀਂ ਉਧਰ ਨੂੰ ਤੋਰੀਏ, ਨਾ ਕਿ ਜਿਸ ਕਿਸਮ ਦਾ ਤੁਸੀਂ ਕਿ ਕਿਹੜੀ ਕੌਣ ਕਿੱਧਰ ਨੂੰ ਚੱਲ ਰਿਹਾ, ਕੀ ਹੋਣਾ, ਕੀ ਉਹਦੀਆਂ ਬੰਦੀ ਸਿੱਖਾਂ ਨੂੰ ਛੱਡ ਕੇ ਫਿਰ ਅਸੀਂ ਇਹਦੇ ਚੋਂ ਅੱਗੇ ਪਿਓਂਤੜਾ ਕੀ ਲੈਣਾ ਕਿ ਕੀ ਪਾਕਿਸਤਾਨ ਨੂੰ ਕਹਿਣਾ ਖੜੇ ਹੋ ਜਾਓ, ਅੱਜ ਇਹਦਾ ਹਮਲਾ ਕਰਨਾ। ਅਸੀਂ ਇਸ ਪਾਸੇ ਨੂੰ ਅੱਗੇ ਚੱਲਦੀਆਂ ਨਾ ਇਹ ਜਿਹੀਆਂ ਲਲਕਾਰੀਆਂ ਚੱਲਦੀਆਂ ਬਾਲਾਕੋਟ ਵਾਲੀਆਂ, ਕਿ ਕੀ ਬਾਲਾਕੋਟ ਵਾਲੀਆਂ ਲਲਕਾਰਾਂ ਮਾਰਨੀਆਂ, ਇਹੋ ਜਿਹਾ ਕੁਝ ਕੰਮ ਕਰਨਾ। ਤੇ ਫਿਰ ਅਸੀਂ ਆਪਣੇ ਕਰਤੱਵ ਤੋਂ, ਅਸੀਂ ਆਪਣੇ ਆਪ ਤੋਂ ਮੁਨਕਰ ਹੋ ਰਹੇ ਹੋਵਾਂਗੇ। ਸਾਡਾ ਉਹ ਏਜੰਡਾ ਨਹੀਂ ਹੋ ਸਕਦਾ ਜੋ ਆਰਐਸਐਸ ਦਾ, ਬੀਜੇਪੀ ਦਾ ਜਾਂ ਕਿਸੇ ਹੋਰ ਦਾ ਹੈ। ਸਾਡਾ ਏਜੰਡਾ ਤੇ ਸਮੁੱਚੇ ਭਾਰਤ ਨੂੰ ਖੁਸ਼ਹਾਲ ਦੇਖਣਾ ਔਰ ਸਮੁੱਚੇ ਭਾਰਤ ਨੂੰ ਧਰਮਾਂ ਦੀ ਨਫ਼ਰਤ ਤੋਂ ਤੇ ਜਾਤੀਗਤ ਵਖਰੇਵਿਆਂ ਤੋਂ ਮੁਕਤ ਦੇਖਣਾ, ਔਰ ਸਾਰਿਆਂ ਨੂੰ ਇੱਥੇ ਰੋਟੀ ਮਿਲੇ। ਜੋ ਗੁਰੂ ਰਵਿਦਾਸ ਜੀ ਨੇ ਕਿਹਾ, ਐਸਾ ਮੈਂ ਜਿਹੜਾ ਬੇਗਮਪੁਰਾ ਸ਼ਹਿਰ ਵਸਾਊਂ ਜਿੱਥੇ ਸਭ ਨੂੰ ਖਾਣ ਨੂੰ ਅੰਨ ਮਿਲੇ, ਹੈ ਨਾ। ਕਿੰਨੀ ਵੱਡੀ ਗੱਲ ਹੈ, ਕੋਈ ਭੁੱਖਾ ਨਾ ਸੋਵੇ। ਪਹਿਲੀ ਤੇ ਗੱਲ ਇਹੀ ਨਹੀਂ ਪੂਰੀ ਕਰ ਸਕੇ, ਕਿਹੜੇ ਆਪਾਂ ਸੁਪਨੇ ਸਜਾਉਣੇ ਆ, ਕਿਹੜੇ ਕਾਰਪੋਰੇਟਾਂ ਦੇ ਮੁਕਾਬਲੇ ਕਰਨੇ ਆ, ਕਿਹੜੇ ਵੱਡੇ ਵੱਡੇ ਅਸੀਂ ਹੋਰ ਇੱਥੇ ਸਭ। ਮੈਨੂੰ ਮੁਸ਼ਕਲ ਲੱਗਦਾ ਵੀ ਰੋਟੀ ਤੇ ਦੇ ਲਈਏ ਸਾਰਿਆਂ ਨੂੰ ਪਹਿਲਾਂ, ਇੰਪਲਾਇਮੈਂਟ ਵੀ ਜਿਹੜੀ ਐਬਸੋਲੂਟ ਜਿੰਨੀ ਕੁ ਬਣਦੀ ਹੈ ਉਨੀ ਕੁ ਦਈਏ ਘੱਟੋ ਘੱਟ ਜੀਣ ਜੋਗੀ। ਉਹ ਕੰਮ ਬੜੇ ਜ਼ਰੂਰੀ ਹੈਗੇ ਆ। ਬਾਕੀ ਕੰਮ ਤੇ ਰਾਜਨੀਤੀ ਜਿਹੜੀ ਆ ਉਹ ਜੇ ਕਰਨਾ ਚਾਹੁਣਗੇ, ਇਹਨਾਂ ਨੂੰ ਛੱਡ ਕੇ ਸਾਡੇ ਵੀਰਾਂ ਨੂੰ ਜਿਨ੍ਹਾਂ ਦਾ ਬਣਦਾ ਛੱਡਣਾ, ਤਾਂ ਫਿਰ ਸਾਡੇ ਵੀਰਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਤੁਸੀਂ ਉਹ ਚੋਗਾ ਚੁਗਣਾ ਜਾਂ ਉਸ ਚੋਗੇ ਦੇ ਉੱਤੇ ਲੱਤ ਮਾਰਨੀ। ਬਿਲਕੁਲ। ਸਿਆਸਤਦਾਨ ਦਾ ਹਰ ਕਦਮ ਜਿਹੜਾ ਉਹ ਸਿਆਸਤ ਤੋਂ ਪ੍ਰੇਰਿਤ ਹੁੰਦਾ। ਮੇਰਾ ਆਖਰੀ ਸਵਾਲ ਹੈ ਪ੍ਰੋਫੈਸਰ ਸਾਹਿਬ ਕਿ ਅਰਵਿੰਦ ਕੇਜਰੀਵਾਲ ਬਾਰੇ ਜੋ ਕੁਝ ਕੁਮਾਰ ਵਿਸ਼ਵਾਸ ਨੇ ਕਿਹਾ, ਗੱਲ ਉਹ ਤੋਂ ਹੁਣ ਅੱਗੇ ਵੱਧ ਗਈ। ਉਹਨਾਂ ਨੇ ਉਹਦੇ ਉੱਤੇ ਸਪਸ਼ਟੀਕਰਨ ਜਾਂ ਕਹਿ ਲਓ ਕਿ ਉਹਨੂੰ ਹੋਰ ਅੱਗੇ ਵਧਾਇਆ ਕਿ ਜਿਹੜੇ ਇਹ ਬੋਲਦੇ ਨੇ ਅਰਵਿੰਦ ਕੇਜਰੀਵਾਲ ਦੇ ਨੇੜੇ ਤੇੜੇ ਵਾਲੇ ਕਿ ਕੁਮਾਰ ਵਿਸ਼ਵਾਸ ਆ, ਇਹ ਕੁਮਾਰ ਵਿਸ਼ਵਾਸ ਉਹ ਆ, ਉਹ ਕਹਿੰਦੇ ਕਿ ਤਿਆਰ ਰਹੋ, ਜਿਨ੍ਹਾਂ ਨੂੰ ਕੇਜਰੀਵਾਲ ਸਾਹਿਬ ਤੇ ਇੰਨਾ ਭਰੋਸਾ ਆ ਉਹ ਦੇਖ ਲੈਣਗੇ ਆਉਣ ਵਾਲੇ ਟਾਈਮ ਦੇ ਵਿੱਚ ਸਭ ਤੋਂ ਵੱਡਾ ਪਰਿਵਾਰਵਾਦ ਜਿਹੜਾ ਆ ਉਹ ਇੱਥੋਂ ਸ਼ੁਰੂ ਹੋ ਜਾਣਾ। ਹੁਣ ਬਾਕੀ ਪਾਰਟੀਆਂ ਨੂੰ ਤਾਂ ਆਪਾਂ ਕਹਿੰਦੇ ਰਹੇ ਹਾਂ ਕਿ ਗਾਂਧੀ ਪਰਿਵਾਰਵਾਦ ਚਲਾਉਂਦਾ ਰਿਹਾ, ਜਾਂ ਬੀਜੇਪੀ 'ਚ ਵੀ ਹੁਣ ਪਰਿਵਾਰਵਾਦ ਆ ਗਿਆ, ਪਰ ਕੇਜਰੀਵਾਲ ਸਾਹਿਬ ਦੇ ਕਹਿੰਦੇ ਧੀ ਜਵਾਈ ਮੂਹਰੇ ਲੱਗ ਕੇ ਹੁਣ ਅਗਲੀ ਸੱਤਾ ਦੀ ਵਾਗਡੋਰ ਸੰਭਾਲਣਗੇ। ਉਹ ਭਾਵੇਂ ਕਹਿੰਦੇ ਨੇ ਆਮ ਆਦਮੀ ਪਾਰਟੀ ਵਾਲੇ ਅਰਵਿੰਦ ਕੇਜਰੀਵਾਲ ਹੋ ਰਹੀ ਕਿ ਅਸੀਂ ਪੰਜਾਬ ਦੇ ਵਿੱਚੋਂ 2024 ਦਾ ਰਸਤਾ ਜਿਹੜਾ ਅਸੀਂ ਤਿਆਰ ਕਰਨਾ, ਫਿਰ ਅਗਲੀ ਜੰਗ ਸਾਡੀ ਉਧਰ ਨੂੰ ਆ। ਹਾਲਾਂਕਿ ਇਹ ਵੀ ਚਰਚਾਵਾਂ ਨੇ, ਕਹਿੰਦੇ ਮੰਤਰਾਲੇ ਵੀ ਵੰਡਣੇ ਸ਼ੁਰੂ ਕਰ ਦਿੱਤੇ ਪੰਜਾਬ 'ਚ, ਹਲੇ ਸਰਕਾਰ ਤਾਂ ਬਣੀ ਨਹੀਂ। ਇਹ ਤਾਂ ਪਤਾ 10 ਮਾਰਚ ਨੂੰ ਲੱਗਣਾ ਕਿ ਕਿਹਦੇ ਹੱਕ 'ਚ ਭੁਗਤਦਾ। ਦੇਖੋ ਸੁਖਵਿੰਦਰ,
ਪਰਿਵਾਰਵਾਦ ਉਦੋਂ ਹੁੰਦਾ ਜਦੋਂ ਸਾਰਾ ਪਰਿਵਾਰ ਮਿਲ ਕੇ ਸੱਤਾ ਨੂੰ ਚਲਾਉਂਦਾ। ਇੱਥੇ ਪਰਿਵਾਰਵਾਦ ਨਹੀਂ ਹੈ, ਇੱਥੇ ਏਕਾ ਅਧਿਕਾਰਵਾਦ ਆ। ਇਹ ਤੇ ਹੈ ਹੀ ਪਾਰਟੀ ਜਿਹੜੀ ਹੈ ਕੇਜਰੀਵਾਲ ਦੀ ਜੇਬ 'ਚ ਹੈ ਸਾਰੀ, ਇਕੱਲੇ ਕੇਜਰੀਵਾਲ ਦੀ ਪਾਰਟੀ ਹੈ। ਜਿਵੇਂ ਕਿਸੇ ਸ਼ੈਫਰਡ ਨੇ, ਕਿਸੇ ਚਰਵਾਹੇ ਨੇ ਭੇਡਾਂ ਰੱਖੀਆਂ ਹੋਣ, ਮੈਨੂੰ ਅਫਸੋਸ ਨਾਲ ਗੱਲ ਕਹਿਣੀ ਪੈਂਦੀ ਆ, ਉਹ ਜਿੱਧਰ ਨੂੰ ਮਰਜੀ ਉਹਨਾਂ ਨੂੰ ਲੈ ਜਾਏ। ਕਿਸੇ ਦੀ ਜ਼ਰੂਰਤ ਆ ਕਿ ਬੈ ਬਾਹਰ ਕਰ ਜਾਏ, ਇੱਜੜ ਤੋਂ ਫੱਟ ਦੇਣੀ, ਉਹਨਾਂ ਨੂੰ ਇੰਜ ਟ੍ਰੇਨਡ ਕੀਤਾ ਹੁੰਦਾ ਕਿ ਉਹ ਬਾਹਰ ਨਹੀਂ ਜਾ ਸਕਦੀਆਂ। ਜੇ ਬਾਹਰ ਗਈਆਂ ਤੇ ਫਿਰ ਖਤਮ ਆ, ਫਿਰ ਜਾਂ ਤੇ ਕੋਈ ਬਘਿਆੜ ਖਾ ਜੂਗਾ ਉਹਨਾਂ ਨੂੰ, ਜਾਂ ਇਹੋ ਹੀ ਨਹੀਂ ਛੱਡੂਗਾ ਕਿ ਤੂੰ ਗਈ ਕਿਉਂ ਬਾਹਰ ਹੈ। ਇਸ ਲਈ ਡਿਸਿਪਲਿਨ ਇਹੋ ਜਿਹਾ ਕੀਤਾ ਹੁੰਦਾ। ਇਹ ਇਸੇ ਤਰੀਕੇ ਦੀ ਪਾਰਟੀ ਆ। ਬਾਕੀ ਸਾਰਿਆਂ ਨੂੰ ਭੇਡਾਂ ਵਾਂਗੂ ਟਰੀਟ ਕੀਤਾ ਜਾਂਦਾ, ਉਹਨਾਂ ਦਾ ਕੋਈ ਸੁਣੀ ਨਹੀਂ ਜਾਂਦੀ। ਜਿਹਨੂੰ ਮਰਜ਼ੀ ਰੱਖ ਲੈਣ, ਜਿਹਨੂੰ ਮਰਜ਼ੀ ਨਾ ਰੱਖਣ, ਜਿਹਨੂੰ ਮਰਜ਼ੀ ਪਾਰ ਕਰ ਦੇਣ, ਜਿਹਦੇ ਨਾਲ ਮਰਜ਼ੀ ਜੋ ਮਰਜ਼ੀ ਕਹਿਤਾ ਜਾਏ, ਉਹ 7 ਬਚਨ 7 ਬਚਨ 7 ਬਚਨ। ਉਸ ਕਿਸਮ ਦਾ ਇਹ ਹੈਗਾ। ਇਹ ਪਰਿਵਾਰਵਾਦ ਤੇ ਉਦੋਂ ਹੋਊ ਜਦੋਂ ਪੂਰੇ ਪਰਿਵਾਰ ਨੂੰ, ਥੋੜਾ ਜਿਹਾ ਤੇ ਪਰਿਵਾਰਵਾਦ ਮੈਂ ਮੰਨਦਾ ਕੇਜਰੀਵਾਲ ਦਾ, ਕਿ ਆਪਣੀ ਘਰ ਦੀ ਨੂੰ ਸ਼ਾਇਦ ਪਹਿਲਾਂ ਕੋਈ ਨੌਕਰੀ ਕਰਦੇ ਸੀ, ਫਿਰ ਉੱਥੋਂ ਹਟਾ ਕੇ ਸ਼ਾਇਦ ਵਿਮਨ ਕਮਿਸ਼ਨ ਦਾ ਬਣਾਤਾ ਸੀਗਾ ਕੁਛ, ਤੇ ਹੁਣ ਫਿਰ ਇਹ ਵੀ ਗੱਲਾਂ ਚੱਲੀਆਂ ਸੀ ਕਿ ਪੰਜਾਬ ਦੇ ਵਿੱਚ ਵੋਟ ਬਣਾ ਕੇ ਇੱਥੇ ਦਾ ਚੀਫ ਮਿਨਿਸਟਰ ਬਣਾਉਣਾ ਚਾਹੁੰਦੇ ਆ। ਲੇਟੈਸਟ ਕੋਈ ਇਹੋ ਜਿਹੀਆਂ ਵੀਡੀਓ ਚੱਲੀਆਂ ਆ, ਉਹ ਸੱਚੀਆਂ ਕਿ ਝੂਠੀਆਂ, ਉਹ ਤੇ ਕੇਜਰੀਵਾਲ ਜੀ ਦੱਸ ਦੇਣ। ਤੇ ਉਹ ਆਪਣੇ ਹੋਣ ਵਾਲੇ ਦਮਾਦ ਨੂੰ ਇਹ ਕਹਿੰਦੇ ਇੱਥੇ ਘਰ ਘੁਰ ਲੈਤਾ 8-10 ਕਰੋੜ ਰੁਪਏ ਦਾ 8 ਸੈਕਟਰ 'ਚ, ਤੇ ਉਹਦਾ ਗਾਂ ਪਤਾ ਨਹੀਂ, ਇਹ ਵੀ ਗੱਲ ਚੱਲ ਰਹੀ ਆ ਕਿ ਕੋਈ ਇਹਨਾਂ ਦੀ ਬੇਟੀ ਨਾਲ ਸ਼ਾਦੀ ਦਾ, ਉਹਦਾ ਬਾਰੇ ਆਉਣਾ ਚਾਹੀਦਾ ਵੀ ਉਹ ਝੂਠੀ ਆ ਕਿ ਕਿੱਦਾਂ ਆ, ਸਾਰੀ ਇੰਟਰਪ੍ਰੀਟੇਸ਼ਨ ਜਿਹੜੀ ਆ। ਪਰ ਉਹ ਕਾਫੀ ਉਹ ਫਿਰਕੀ ਘੁੰਮ ਰਹੀ ਆ ਵੀ ਇੱਧਰ ਨੂੰ ਗੱਲ ਚੱਲ ਰਹੀ ਆ। ਇਹ ਗੱਲ ਹੋ ਸਕਦਾ ਆ ਇਹ ਫਿਰਕੀ ਘੁੰਮਦੀ ਕੁਮਾਰ ਵਿਸ਼ਵਾਸ ਜਾਂ ਹੋਰਨਾਂ ਲੋਕਾਂ ਕੋਲ ਵੀ ਗਈ ਹੋਵੇ। ਪਰ ਇਹ ਗੱਲਾਂ ਬਹੁਤੀਆਂ ਐਵੇਂ ਮਸਾਲਾ ਖਬਰਾਂ ਆ, ਮੈਂ ਕੋਈ ਇਹਨੂੰ ਬਹੁਤਾ ਨਹੀਂ ਕਹਿੰਦਾ, ਪਰ ਜੋ ਫੈਕਟ ਆ ਉਹ ਤੇ ਗੱਲ ਕਰ ਸਕਦੇ ਆ। ਮਸਾਲਾ ਖਬਰਾਂ ਛੱਡ ਦਿਓ ਵੀ ਕੀ ਆਮ ਆਦਮੀ ਪਾਰਟੀ 'ਚ ਆਮ ਆਦਮੀ ਦੀ ਕੋਈ ਸੁਣੀ ਜਾਂਦੀ ਹੈ ਜਾਂ ਪੈਸੇ ਵਾਲੇ ਦੀ ਸੁਣੀ ਜਾਂਦੀ? ਤੇ ਪੈਸੇ ਵਾਲਿਆਂ ਦੀ ਜਿੱਥੇ ਸੁਣੀ ਜਾਂਦੀ ਹੋਵੇ, ਉਹਦਾ ਗਾਂ ਫੈਸਲਾ ਕੌਣ ਕਰਦਾ? ਸਿੰਗਲ ਹੈਂਡਡਲੀ ਕੇਜਰੀਵਾਲ। ਤੇ ਫਿਰ ਪਰਿਵਾਰਵਾਦ ਤੋਂ ਤੇ ਅਗਲੀ ਸਟੈਪ ਆ ਨਾ ਕਿ ਏਕਾਧਿਕਾਰਵਾਦ, ਇੱਕੋ ਬੰਦੇ ਦੀ ਚੱਲੂਗੀ ਬਸ। ਉਹ ਨਹੀਂ ਵੀ ਉਹਨਾਂ ਦੇ ਘਰ ਦੀ ਦਾ ਨਾਂ ਨਹੀਂ ਮੈਨੂੰ ਪਤਾ ਵੀ ਉਹਦੀ ਚੱਲੂਗੀ, ਜਾਂ ਉਹਨਾਂ ਦੀ ਗਾਂ ਕੁੜੀ ਦੀ ਚੱਲੂਗੀ, ਜਾਂ ਹੋਣ ਵਾਲੇ ਦਮਾਦ ਦੀ ਚੱਲੂਗੀ ਕਿ ਨਹੀਂ ਚੱਲੂਗੀ, ਫਿਰ ਪਰਿਵਾਰਵਾਦ ਹੋਊਗਾ। ਇਹ ਤੇ ਏਕਾਧਿਕਾਰਵਾਦ ਆ ਹਾਲੀ, ਜਿਹੜਾ ਕਿ ਉਹਦੇ ਨਾਲੋਂ ਵੀ ਖਤਰਨਾਕ ਹੈ। ਪਰਿਵਾਰ ਤੇ ਫਿਰ ਵੀ ਚਲੋ ਮਿਲ ਕੇ 4 ਬੰਦੇ ਰਾਜ ਕਰਦੇ ਆ, ਉਹ ਗੱਲ ਅਲੱਗ। ਜਿਵੇਂ ਇਹ ਨਹਿਰੂ ਪਰਿਵਾਰ ਮਤਲਬ ਕਾਂਗਰਸ ਦੇ ਅੰਦਰ ਇੱਕ ਆਪਣੀ ਜਗ੍ਹਾ ਬਣਾਈ ਹੋਈ ਹੈ। ਜਿਹੜੀ ਗੱਲ ਤੁਹਾਡੀ ਦੂਸਰੀ ਨਾਲ ਦੀ ਹੈਗੀ ਆ ਕਿ ਉਹਨਾਂ ਨੇ ਇੱਕ ਦੂਜੇ ਨੂੰ ਚੁਣੌਤੀ ਕੀਤੀ ਆ, ਹੋਰ ਕੀਤੀ ਹੈ। ਕੱਲਾ ਕੀ ਨਾ ਆ ਉਹ ਜਿਹੜਾ ਆਪਣੇ ਹੈਗੇ ਆ ਕੁਮਾਰ ਵਿਸ਼ਵਾਸ, ਕੱਲਾ ਕੁਮਾਰ ਵਿਸ਼ਵਾਸ ਕਿਉਂ? ਇੱਥੇ ਤੇ ਹਰ ਸ਼ਾਖ ਤੇ ਕੁਮਾਰ ਵਿਸ਼ਵਾਸ ਬੈਠਾ। ਉਹ ਤੇ ਠੀਕ ਹੈ ਵੀ ਬੋਲ ਪਿਆ ਆ ਕੇ, ਉਹਨੇ ਕਿਹਾ ਕਿ ਮੈਂ ਤੇਰੇ ਪਹਿਲੀ ਮੀਟਿੰਗ 'ਚ ਕੀ ਹੋਇਆ ਸੀ, ਤੇਰੇ ਮੇਰੇ ਕੋਲ ਸਾਰਾ ਮਾਲ ਪਿਆ, ਮੈਂ ਜਦ ਪਬਲਿਕਲੀ ਕਰ ਦਊਂ ਤੈਨੂੰ ਭੱਜਦੇ ਨੂੰ ਰਾਹ ਨਹੀਂ ਲੱਭੂਗਾ। ਇਹਨੇ ਵੀ ਅੱਗਿਓਂ ਕਿਹਾ ਕਿ ਮੈਨੂੰ ਆਤੰਕਵਾਦੀ ਕਹਿੰਦੇ ਆ, ਫਲਾਨਾ ਕਹਿੰਦੇ, ਇਹ ਕਹਿੰਦੇ, ਉਹ ਕਹਿੰਦੇ। ਉਹ ਕਈ ਕੁਛ ਇਹਨੂੰ ਬੜੀ ਆਦਤ ਆ ਉਹ ਆਪਣੇ ਤੇ ਨਾ ਕੈਮਰਾ ਫੋਕਸ ਕਰਕੇ ਕਿ ਮੇਰੇ ਤੋਂ ਤੇ ਕਰਪਟ ਲੋਕ ਡਰਦੇ ਆ, 100 ਕਿਲੋਮੀਟਰ ਤੇ ਮੇਰੇ ਹਰੀ ਸਿੰਘ ਨਲੂਆ ਵਾਂਗੂ ਧਾਕ ਜੰਮੀ ਹੋਈ ਆ। ਕਿ ਕੀ ਕਰਪਸ਼ਨ ਨਹੀਂ ਹੋ ਰਹੀ ਉੱਥੇ? ਕੀ ਦਿੱਲੀ ਦੇ ਵਿੱਚ ਕੋਈ ਕਰਪਸ਼ਨ ਨਹੀਂ ਹੋ ਰਹੀ? ਹੱਦ ਹੀ ਹੋ ਗਈ ਆ। ਫਿਰ ਇਹਦਾ ਮਤਲਬ ਹੈ ਵੀ ਜੇ ਇਹ ਵੀ ਦਿਖਾਉਣੀ ਪਊਗੀ ਲੋਕਾਂ ਨੂੰ ਹੁਣ, ਜਿਸ ਤਰ੍ਹਾਂ ਬਾਕੀ ਦਿੱਲੀ ਮਾਡਲ ਨੂੰ ਕਾਫੀ ਲੋਕਾਂ ਨੇ ਦਿਖਾਤਾ, ਥੋੜੀ ਟਾਈਮ 'ਚ ਇਹ ਵੀ ਆ ਜਾਊਗਾ। ਕੋਈ 100 ਕਿਲੋਮੀਟਰ ਨਹੀਂ ਹੈ, ਤੁਹਾਡੀ ਝੋਲੀ 'ਚ ਹੀ ਹੈ, ਤੁਹਾਡੇ ਆਂਢ ਗੁਆਂਢ ਹੀ ਬੈਠੇ ਹੋਣਗੇ। ਕੁਛ ਗੱਲਾਂ ਮੈਂ ਵੀ ਥੋੜੇ ਟਾਈਮ ਤੋਂ ਬਾਅਦ ਮੈਨੂੰ ਲੱਗਦਾ ਧਿਆਨ ਦੇਣਾ ਪੈਣਾ, ਕਿਉਂਕਿ ਜਿਹੜੇ ਕਾਲੇ ਕਾਂ ਵੀ ਜਦੋਂ ਚਿੱਟੇ ਬਗਲੇ ਬਣ ਕੇ ਪੇਸ਼ ਆਈ ਜਾਣ ਤੇ ਫਿਰ ਤੁਹਾਨੂੰ ਉਹ ਕਾਲਖ ਦਿਖਾਉਣੀ ਤੇ ਪਊ ਨਾ ਵੀ ਆਹ ਥੱਲੇ ਵੀ ਦੇਖ ਲਓ ਕੀ ਹੈ। ਤੇ ਐਡਾ ਕੋਈ ਦੁੱਧ ਧੋਤਾ ਨਹੀਂ ਹੈਗਾ। ਇਹ ਸਾਰੇ ਪੋਲੀਟੀਸ਼ੀਅਨ ਆਪਣਾ ਮੋਟਾ ਪੈਸਾ ਇੱਥੋਂ ਪੰਜਾਬ ਤੋਂ ਲੈ ਕੇ ਜਾਂਦੇ ਆ। ਇਹ ਅੱਗੇ ਵੀ ਲੈ ਕੇ ਗਏ ਸੀ, ਹੁਣ ਫੇਰ ਅੱਗੇ ਤੇ NRIਆਂ ਦੀ ਬੜੀ ਜਿਹੜੀ ਉੱਨ ਲਾ ਲਈ ਸੀਗੀ, ਐਤਕੀ ਉਹਨਾਂ ਦੀ ਉੱਨ ਨਹੀਂ ਆਈ ਉਨੀ। ਐਤਕੀ ਸਾਡੇ ਅੰਦਰੂਨੀ ਬਥੇਰੇ ਪੈਦਾ ਹੋ ਗਏ, ਜਿਹੜੇ ਬਥੇਰਾ ਇਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਕਿਵੇਂ ਅੰਦਰ ਵਾਲਿਆਂ ਨਾਲ ਹੀ ਸਾਰ ਲੈਣਾ, ਬਾਹਰੋਂ ਜੇ ਨਾਮ ਹੀ ਮਿਲੇ ਤੇ ਇਸ ਤਰ੍ਹਾਂ ਕੋਈ ਦੁੱਧ ਧੋਤਾ ਨਹੀਂ ਹੈਗਾ। ਐਵੇਂ ਇਹ ਕਹਿਣਾ ਕਿ ਅਸੀਂ ਸਾਫ਼ ਸੁਥਰੇ ਹੈਗੇ, ਸਾਡੇ ਤੋਂ ਤੇ ਸਾਰਾ ਸਿਸਟਮ ਅਸੀਂ ਐਨ ਚਕਾਚੌਂਧ ਕਰ ਦਾਂਗੇ, ਇਹ ਇੱਕ ਨਵੀਂ
ਨਵੀਂ ਇੱਕ ਧਾਰਾ ਹੈਗੀ ਆ, ਜਾਂ ਤੁਸੀਂ ਇੱਕ ਨਵਾਂ ਮੱਠ ਕਹਿ ਲਓ, ਕੇਜਰੀਵਾਲ ਮੱਠ, ਜਿਹੜਾ ਇਸ ਗੱਲ ਦੀ ਇੰਟਰਪ੍ਰੀਟੇਸ਼ਨ ਬਾਰ-ਬਾਰ ਕਰਦੇ ਆ। ਕੋਈ ਇਹ ਪੋਲਿਟਿਕਸ ਨਹੀਂ ਹੈਗੀ। ਪੋਲਿਟਿਕਸ ਹੁੰਦੀ ਹੈ ਲੋਕਾਂ, ਮੈਂ ਗਾਂਧੀ ਜੀ ਦੀ ਪੋਲਿਟਿਕਸ ਨੂੰ ਪੋਲਿਟਿਕਸ ਸਮਝਦਾ। ਲੋਕਾਂ ਦੇ ਵਿੱਚ ਰਹਿ ਕੇ ਕਰੋ, ਲੋਕਾਂ ਨੂੰ ਨਾਲ ਲੈ ਕੇ ਕਰੋ, ਲੋਕਾਂ ਵਰਗੇ ਹੋ ਕੇ ਕਰੋ। ਬਹੁਤ ਸਾਰੇ ਕਿਸਾਨ ਵੀਰ ਵੀ ਉਸ ਤਰ੍ਹਾਂ ਦੇ ਹੈਗੇ ਆ, ਥੋੜੇ ਹੈਗੇ ਆ ਅਜੇ, ਹੈ ਨਾ। ਜੇ ਆਪਾਂ ਜ਼ਿਆਦਾ ਮਜ਼ਦੂਰਾਂ ਚੋਂ ਵੀ ਲੱਭ ਲਈਏ, ਨੌਜਵਾਨਾਂ ਚੋਂ ਵੀ ਲੱਭ ਲਈਏ, ਤੇ ਵਾਕਿਆ ਅਸੀਂ ਸਿਸਟਮ ਨੂੰ ਬਦਲ ਸਕਦੇ ਹਾਂ। ਪਰ ਜੇ ਕੋਈ ਇਹ ਬੰਦਾ ਕਹੇ ਕਿ ਤੁਸੀਂ ਮੇਰੇ ਨਾਲ ਸਾਰੇ ਰਲ ਜਾਓ, ਮੇਰੇ ਕੋਲ ਚਾਬੀ ਆ, ਮੈਂ ਉਹ ਸਾਰੇ ਜਿੰਦਰੇ ਖੋਲ ਕੇ ਤੁਹਾਨੂੰ ਦਿਖਾ ਦੂੰ, ਉਹ ਉੱਥੇ ਤੁਹਾਨੂੰ ਖਤਰੇ ਦੀ ਘੰਟੀ ਸਮਝ ਲੈਣੀ ਚਾਹੀਦੀ ਆ। ਉਹ ਐਬਸੋਲੂਟ ਪਾਵਰ ਤੁਹਾਡੇ ਕੋਲ ਚਾਹੁੰਦਾ, ਤੁਹਾਡਾ ਕੰਸੈਂਟ ਚਾਹੁੰਦਾ। ਜਿੱਦਣ ਉਹ ਤੁਸੀਂ ਅਸਲ ਮਾਨਿਆਂ ਚ ਉਹਨੂੰ ਸਾਰੀ ਚਾਬੀ ਫੜਾਤੀ, ਤੇ ਫਿਰ ਤੁਹਾਡੇ ਘਰ ਦੇ ਵੀ ਤਾਲੇ ਖੁੱਲਣਗੇ, ਉਹਨੂੰ ਪੁੱਛ ਕੇ, ਨਹੀਂ ਤੇ ਬੰਦ ਹੀ ਰਹਿਣਗੇ, ਬਾਹਰ ਤੁਰੇ ਫਿਰੋਗੇ। ਹਾਂਜੀ ਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਔਰ ਸਾਡੇ ਸਰੋਤਿਆਂ ਦਾ ਵੀ ਧੰਨਵਾਦ, ਜਿਹੜੇ ਸਾਨੂੰ ਰੋਜ਼ ਬਰਦਾਸ਼ਤ ਕਰਦੇ ਆ। ਹਾਂਜੀ ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਆਉਣ ਵਾਲੇ ਸਮੇਂ ਦੇ ਵਿੱਚ ਚੁਣੌਤੀਆਂ ਬਹੁਤ ਨੇ, ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਸੰਘਰਸ਼ ਚੱਲਦੇ ਰਹਿਣੇ ਨੇ, 5 ਸਾਲ ਦਾ ਲੰਮਾ ਸਮਾਂ ਆ, ਸਰਕਾਰ ਕਿਹਦੀ ਬਣਨੀ ਹੈ, ਫਿਰ ਉਹਦੇ ਨਾਲ ਕਿੱਦਾਂ ਨਜਿੱਠਣਾ, ਉਹ ਲੋਕਾਂ ਨਾਲ ਕਿੱਦਾਂ ਨਜਿੱਠੂਗੀ, ਇਹ ਸਾਰਾ ਕੁਝ ਦੇਖਣ ਵਾਲਾ ਹੋਣਾ। ਜੇ ਆਉਣ ਵਾਲੇ ਟਾਈਮ ਦੇ ਵਿੱਚ ਤੇਲ ਕੀਮਤਾਂ 'ਚ ਵਾਧਾ ਹੁੰਦਾ ਤਾਂ ਲੋਕ ਵੀ ਸਮਝ ਜਾਣਗੇ ਕਿ ਸਰਕਾਰਾਂ ਉਹਨਾਂ ਨੂੰ ਕਿੱਦਾਂ ਵਰਤਦੀਆਂ ਨੇ। ਕੋਈ ਆ ਕੇ ਇੱਥੇ ਸ਼ਾਂਤੀ ਮਾਰਚ ਜਾਂ ਕਿਸੇ ਵੀ ਢੰਗ ਦੇ ਧਰਨੇ ਪ੍ਰਦਰਸ਼ਨ ਹੁਣ ਨਹੀਂ ਕਰੇਗਾ। ਹੁਣ ਤੁਹਾਨੂੰ ਹੀ ਕਰਨੇ ਪੈਣੇ, ਆਪਣੇ ਲਈ ਆਪ ਹੀ ਲੜਨਾ ਪੈਣਾ, ਆਪਣੀ ਸੁਰੱਖਿਆ ਵੀ ਆਪ ਹੀ ਕਰਨੀ ਪੈਣੀ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।